जैसी राखी लाज भगत प्रहलाद की, हर नाख सुफारे कर आज। फन द्रौपदी लाज रखी हर प्रभ जी, शीनत वस्त्र दीन बाव साज। सुदामा अपदा ते रखिया, घन का पड़त पूरे तेह काज। श्री सतगुर सो प्रसन्न कल जुग होए, राखो दास पाट की लाज। कहाँ बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप लिहो तुम कथा सुधारी। कहाँ लगे एहो कीट बखानै, महिमा तोर तू ही प्रभ जानै। पिता जन्म जिम पूत ना पावै, कहाँ तवन का भेद बतावै। सो कहो टल गुर सेविया, अहनिस सहज सुभाए। दर्शन बरसै गुरु कै, जन्म मरण दुख जाए। दर्शन बरसै गुरु कै, जन्म मरण दुख जाए। सतनाम श्री वाहिगुरु साहिब जी। जब लो नहीं भाग लिलार उदय, तब लो भ्रमते फिरते बहुतायो। कल घोर समुद्र में बूढ़त थे, कबहू मिट है नहीं रे पछतायो। जब लो नहीं भाग लिलार उदय, तब लो भ्रमते फिरते बहुतायो। कल घोर समुद्र में बूढ़त थे, कबहू मिट है नहीं रे पछतायो। तात विचार यह मथुरा, जग तारण को अवतार बनायो। जप्यो जिन अर्जन देव गुरु, फिर संकट जोन गर्भ न आयो। तात विचार यह मथुरा, जग तारण को अवतार बनायो। जप्यो जिन अर्जन देव गुरु, फिर संकट जोन गर्भ न आयो। वाहिगुरु जी का खालसा, वाहिगुरु जी की फतेह। गुरु की गरीब नवाज साध संगत, दीन दुनिया दे मालिक, शब्दा अवतार, चबर छत्र तखत दे मालिक, धन साहिब श्री गुरु ग्रंथ साहिब जी महाराज, तिन्हां दी बख्शिश रहमत सदका आप जी हफ्तावारी दीवान की हाजरी भर रहे हो। जीवन दीयां अमोलक कड़ियां बड़ियां दुर्लभ ने, हीरे वर्गे अमोलक सवास हैं। सच्चे पातशाह महाराज जी की संगत विच बैठ के आप सफल कर रहे हो। गरीब नवाज सतगुरु की अमृत बाणी का कीर्तन आप जी ने प्यार शरदा नाल सरवण किया है। पिछले लंबे समय तो साध संगत जी पटां दे सवैयां की लड़ीवार कथा आरंभ हुई सी, जो सतगुरु की अपार बख्शिश रहमत सदका अज साध संगत जी भोग पवेगा। गरीब नवाज गुरु अर्जन देव सच्चे पातशाह जी के हजूर साध संगत जी भट्टां ने फिर सतगुरां जी की वड्डी वडियाई कही।
ਇਹ ਜੋ ਪਾਵਨ ਸਵਈਏ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਹ ਸ਼ਾਮ ਵੇਦ ਦੇ ਅਵਤਾਰ ਮਥੁਰਾ ਭੱਟ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਇੱਕ ਹੀ ਸਵਈਆ ਰਹਿੰਦਾ ਹੈ ਮਥੁਰਾ ਭੱਟ ਜੀ ਦਾ। ਬਾਕੀ ਸਾਧ ਸੰਗਤ ਜੀ 3 ਸਵਈਏ ਹਰਬੰਸ ਭੱਟ ਜੀ ਦੇ ਆਉਣਗੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਵਈਆਂ ਦੇ ਇਹ ਜਸ ਦੀ ਬਾਣੀ ਦਾ ਕਥਾ ਦਾ ਭੋਗ ਪਵੇਗਾ। ਸਾਧ ਸੰਗਤ ਜੋ ਇਸ ਸਵਈਏ ਦੀ ਉਥਾਨਕਾ ਜਿੱਥੋਂ ਆਪਾਂ ਸਵਈਆਂ ਦਾ ਸਾਧ ਸੰਗਤ ਜੀ ਇਹ ਪ੍ਰਕਰਨ ਕਥਾ ਦਾ ਆਰੰਭ ਕੀਤਾ ਸੀ, ਬਿਲਕੁਲ ਉਸੇ ਨਾਲ ਹੀ ਮੇਲ ਖਾਂਦੀ ਹੈ। ਜਦੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਆਰੰਭ ਹੋਈ ਸੀ ਤਾਂ ਦਾਸ ਨੇ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ 17 ਭੱਟ ਨੇ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮਸ਼ੀਨਰੀ ਤੋਂ ਪੜ੍ਹੇ ਹੋਏ ਵੀਰ 11 ਭੱਟ ਕਹਿੰਦੇ ਹਨ। ਮਹਾਂਪੁਰਖਾਂ ਨੇ ਸਾਧ ਸੰਗਤ ਜੀ ਭੱਟਾਂ ਦੇ ਨਾਮ ਅਤੇ ਕਿਸ ਵੇਦ ਦੇ 4 ਭੱਟ ਨੇ ਉਹ ਸਾਰਾ ਜ਼ਿਕਰ ਕੀਤਾ ਸੀ ਜੋ ਆਪ ਜੀ ਨੇ ਕਥਾ ਵਿੱਚ ਸਰਵਣ ਕੀਤਾ ਸੀ। ਜਿਸ ਸਮੇਂ ਬ੍ਰਹਮਾ ਜੀ ਨੂੰ ਹੰਕਾਰ ਹੋਇਆ ਸੀ ਕਿ ਵੇਦ ਮੈਂ ਰਚੇ ਹੈ, ਸੰਸਾਰ ਦੀ ਮਾਣ ਮਰਿਆਦਾ ਨੂੰ ਮੈਂ ਚਲਾ ਰਿਹਾ, ਮੇਰੇ ਤੋਂ ਬਿਨਾਂ ਹੋਰ ਦੂਸਰਾ ਬ੍ਰਹਮ ਕੌਣ ਹੋ ਸਕਦਾ ਹੈ, ਤਾਂ ਤਿਸ ਸਮੇਂ ਆਕਾਸ਼ ਬਾਣੀ ਹੋਈ, ਬ੍ਰਹਮਾ ਹੰਕਾਰ ਨਾ ਕਰ, ਤੈਨੂੰ ਪੈਦਾ ਕਰਨ ਵਾਲੀ ਸ਼ਕਤੀ ਹੈ, ਤੂੰ ਆਪਣੇ ਆਪ ਤੋਂ ਨਹੀਂ ਹੈ। ਨਾਭ ਕਮਲ ਤੇ ਬ੍ਰਹਮਾ ਉਪਜੈ, ਵੇਦ ਪੜ੍ਹੈ ਮੁਖ ਕੰਠ ਸਵਾਰ। ਗੁਜਰੀ ਰਾਗ ਦੇ ਆਰੰਭ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਭਰੇ ਸ਼ਬਦ ਕਹੇ ਹੈ। ਕਮਲ ਦੇ ਫੁੱਲ ਤੋਂ ਪੈਦਾ ਕੀਤਾ ਵਾਹਿਗੁਰੂ ਜੀ ਨੇ ਬ੍ਰਹਮਾ ਨੂੰ, ਪਰ ਵਾਹਿਗੁਰੂ ਜੀ ਨੂੰ ਕਿਸੇ ਕਮਲ ਫੁੱਲ ਨੇ ਨਹੀਂ ਪੈਦਾ ਕੀਤਾ। ਸਾਧ ਸੰਗਤ ਜੀ ਉਹ ਆਪਣੇ ਆਪ ਤੋਂ ਆਪ ਨੇ। ਜਦੋਂ ਫਿਰ ਬ੍ਰਹਮਾ ਦਾ ਹੰਕਾਰ ਨਿਵਰਤ ਨਾ ਹੋਇਆ ਤਾਂ ਕਿਹਾ, ਬ੍ਰਹਮਾ ਤੂੰ ਵੇਦਾਂ ਸਮੇਤ ਜਾ ਕੇ ਜਾ ਧਰਤੀ ਤੇ ਜਨਮ ਲੈ। ਜਦੋਂ ਇਸ ਪ੍ਰਕਾਰ ਦਾ ਸ਼ਰਾਪ ਹੋਇਆ ਤਾਂ ਬ੍ਰਹਮਾ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰੇ ਇਸ ਸ਼ਰਾਪ ਦੀ ਨਿਵਰਤੀ ਕਦੋਂ ਹੋਵੇਗੀ? ਆਕਾਸ਼ਬਾਣੀ ਹੋਈ, ਬ੍ਰਹਮਾ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਵੇਗਾ। ਗੁਰੂ ਨਾਨਕ ਸਾਹਿਬ ਦੀ 5ਵੀਂ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਜੀਵਾਂ ਦੀ ਕਲਿਆਣ ਕਰਦੇ ਹੋਣਗੇ, ਉਹਨਾਂ ਦੇ ਦਰਸ਼ਨ ਮਾਤਰ ਸੇ ਤੁਹਾਨੂੰ ਪਿਛਲੇ ਜਨਮ ਦੀ ਸੋਝੀ ਹੋ ਆਵੇਗੀ ਤੇ ਗੁਰੂ ਸਾਹਿਬ ਜੀ ਤੁਹਾਨੂੰ ਸ਼ਰਾਪ ਮੁਕਤ ਕਰ ਦੇਣਗੇ। ਸਾਧ ਸੰਗਤ ਜੀ ਭਿੱਖਾ ਭੱਟ ਜੀ ਜਿਹੜੇ ਸਨ ਉਹ ਬ੍ਰਹਮਾ ਜੀ ਦਾ ਅਵਤਾਰ ਸਨ। ਬਾਕੀ ਇੱਕ ਵੇਦ ਵਿੱਚੋਂ 4 ਭੱਟਾਂ ਨੇ ਜਿਹੜਾ ਸੀ ਅਵਤਾਰ ਜਿਹੜਾ ਜਨਮ ਲਿਆ, ਤੇ ਸਾਧ ਸੰਗਤ ਜੀ ਇਹਨਾਂ ਦੀ ਗਿਣਤੀ 16 ਹੋਈ ਤੇ 17ਵੇਂ ਭਿੱਖਾ ਜੀ ਆਪ। 17 ਭੱਟਾਂ ਦੀ ਬਾਣੀ ਇਹ ਸਾਧ ਸੰਗਤ ਜੀ ਅੰਕਾਂ ਦੇ ਸਹਿਤ ਦਰਜ ਹੈ। ਜੋ ਸਵਈਆਂ ਦੀ ਬਾਣੀ ਪੜ੍ਹਨ ਵਾਲੇ ਗੁਰਮੁਖ ਉਹ ਵੇਖਣ ਤਾਂ ਸਾਧ ਸੰਗਤ ਜੀ ਬਿਲਕੁਲ ਬਕਾਇਦਾ ਭੱਟਾਂ ਦੇ ਸਵਈਆਂ ਦੇ ਵਿੱਚ ਨਾਮ ਤੇ ਉਹਨਾਂ ਦੇ ਉਚਾਰਨ ਕੀਤੇ ਹੋਏ ਸਵਈਆਂ ਦੀ ਗਿਣਤੀ ਸਤਿਗੁਰੂ ਨੇ ਲਿਖੀ ਹੋਈ ਹੈ ਕਿ ਕਿੰਨੇ ਸਵਈਏ ਕਿਸ ਭੱਟ ਨੇ ਉਚਾਰਨ ਕੀਤੇ ਹਨ। ਗਰੀਬ ਨਵਾਜ ਸਤਿਗੁਰੂ ਜੀ ਦਾ ਸਾਧ ਸੰਗਤ ਜੀ ਅਵਤਾਰ ਕਲਯੁਗ ਦੇ ਸਮੇਂ ਵਿੱਚ ਹੋਇਆ ਹੈ। ਇਹ ਆਪ ਜੀ ਨੇ ਵਿਸਥਾਰ ਸਹਿਤ ਸਰਵਣ ਕੀਤਾ ਹੈ। ਜਿਸ ਸਮੇਂ ਕਾਂਸ਼ੀ ਦੇ ਵਿੱਚ ਸਾਧ ਸੰਗਤ ਜੀ ਪੱਟ ਸੰਗਿਆ ਦੇ ਵਿੱਚ ਬ੍ਰਾਹਮਣਾਂ ਦੇ ਘਰਾਂ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਵੇਦ ਸ਼ਾਸਤਰ 18 ਪੁਰਾਣ ਪੜ੍ਹ ਲਏ ਪਰ ਆਤਮਿਕ ਸ਼ਾਂਤੀ ਨਾ ਆਈ। ਥਾਵਾਂ ਥਾਵਾਂ ਤੇ ਭਟਕਦੇ ਫਿਰੇ। ਜਿਵੇਂ ਭਿੱਖੇ ਭੱਟ ਨੇ ਕਿਹਾ ਸੀ, ਬਰਸ ਏਕ ਹਉ ਫਿਰਿਓ ਕਿਨਹੁ ਨਾ ਪਰਚਉ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਸੱਚੇ ਪਾਤਸ਼ਾਹ ਭਟਕਦੇ ਫਿਰਦੇ ਸਾਂ, ਕਹਿਣੀ ਵਾਲੇ ਤੇ ਸਨ ਪਰ ਮਹਾਰਾਜ ਰਹਿਣੀ ਵਾਲਾ ਨਹੀਂ ਕੋਈ ਵੇਖਿਆ। ਗੱਲਾਂ ਕਰਨ ਵਾਲੇ ਤਾਂ ਸਨ ਕਿ ਬਹੁਤ ਬਿਰਤੀ ਟਿਕਦੀ ਹੈ, ਬੜਾ ਆਨੰਦ ਆਉਂਦਾ, ਪਰ ਮਹਾਰਾਜ ਜਦੋਂ ਉਹਨਾਂ ਕੋਲ ਰਹਿ ਕੇ ਰਹਿਣੀ ਵੇਖਦੇ ਸਨ, ਰਹਿਤ ਕੋ ਖੁਸ਼ੀ ਨਾ ਆਇਓ, ਰਹਿਣੀ ਵੇਖ ਕੇ ਸਾਡਾ ਮਨ ਖੁਸ਼ ਨਾ ਹੋਇਆ। ਸਤਿਗੁਰੂ ਤੁਹਾਡਾ ਤਾਂ ਦਰਸ਼ਨ ਵੇਖ ਕੇ ਹੀ ਹਿਰਦੇ ਅੰਦਰ ਗਿਆਨ ਦਾ ਪਰਚਾ ਪਿਆ ਏ। ਤਾਂ ਸਾਧ ਸੰਗਤ ਜੀ ਉਸ ਸਮੇਂ ਇਹਨਾਂ ਭੱਟਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਸ਼ਰਾਪ ਮੁਕਤ ਕਰ ਦਿਓ। ਸੱਚੇ ਪਾਤਸ਼ਾਹ ਨੇ ਕਿਹਾ ਸੀ, ਭੱਟ ਜਨੋ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰੋ, ਤੁਸੀਂ ਸ਼ਰਾਪ ਮੁਕਤ ਹੋ ਜਾਓਗੇ। ਤੇ ਇਹਨਾਂ ਭੱਟਾਂ ਨੇ ਕਿਹਾ, ਮਹਾਰਾਜ ਸਾਨੂੰ ਤਾਂ ਸਿਫਤ ਨਹੀਂ ਕਰਨੀ ਆਉਂਦੀ। ਫਿਰ ਸਾਧ ਸੰਗਤ ਜੀ ਸਵਈਏ ਜਿਹੜੇ ਪਹਿਲੇ 9 ਸਵਈਏ ਹੈ ਨਾ, ਇਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਨੇ ਆਪ ਉਚਾਰਨ ਕੀਤੇ ਹੈ। ਸਵਈਏ ਸ੍ਰੀ ਮੁਖਬਾ ਕੇ ਮਹੱਲਾ ਪੰਜਵਾ।
ਇਹ ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦਾ ਸਵਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਵਾਹਿਗੁਰੂ ਰੂਪ ਕਰਕੇ ਕਥਨ ਕੀਤਾ ਹੈ। ਹਾਂ ਕਿ ਬਲ 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 ਸਦ ਬਲਹਾਰ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਆਪ ਤੋਂ ਬਲਹਾਰ ਕੁਰਬਾਨ ਜਾਣੇ ਆ। ਜਨ ਨਾਨਕ ਤੁਲ ਬ੍ਰਹਮ ਸਮਸਰ ਏਕ ਜੀਹ ਕੇ ਆਪ ਖਾਨਾ। ਮਹਾਰਾਜ ਤੁਸੀਂ ਤਾਂ ਬ੍ਰਹਮ ਦੇ ਸਮਸਰ ਹੋ, ਇੱਕ ਜੀਭਾ ਨਾਲ ਤੁਹਾਡੀ ਵਡਿਆਈ ਕੀ ਕਹੀ ਜਾ ਸਕਦੀ ਹੈ। ਇਉਂ 9 ਸਵਈਏ ਸਤਿਗੁਰੂ ਜੀ ਨੇ ਉਚਾਰਨ ਕੀਤੇ। ਫਿਰ ਭੱਟਾਂ ਨੇ ਕਿਹਾ ਮਹਾਰਾਜ ਕਿਰਪਾ ਕਰਕੇ ਸਾਡਾ ਮੋਹ ਵੀ ਨਾਸ਼ ਕਰ ਦਿਓ। ਤਾਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ 11 ਸਵਈਏ ਸਾਧ ਸੰਗਤ ਜੀ ਅੱਗੇ ਉਚਾਰਨ ਕੀਤੇ। ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਧ ਸੰਗਤ ਜੀ ਮੋਹ ਨਾਸ਼ ਕਰਨ ਵਾਸਤੇ 11 ਸਵਈਏ ਉਚਾਰਨ ਕੀਤੇ। ਫਿਰ ਸਾਧ ਸੰਗਤ ਜੀ ਭੱਟਾਂ ਨੂੰ ਜਦੋਂ ਮੋਹ ਦਾ ਛੌੜ ਕੱਟਿਆ ਗਿਆ ਤੇ ਸਤਿਗੁਰੂ ਜੀ ਦਾ ਸੁੱਧ ਸਰੂਪ ਦਿਸਿਆ। ਗਰੀਬ ਨਵਾਜ ਸਤਿਗੁਰੂ ਜੀ ਦੇ ਸੁੱਧ ਸਰੂਪ ਨੂੰ ਵੇਖ ਕਰਕੇ ਫਿਰ ਸਾਧ ਸੰਗਤ ਜੀ ਭੱਟਾਂ ਨੇ ਮਹਾਰਾਜ ਜੀ ਦਾ ਜਸ ਕਿਹਾ, ਵਡਿਆਈ ਕਹੀ। ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਇਆ, ਗੁਰੂ ਅੰਗਦ ਸਾਹਿਬ ਦਾ ਜਸ ਗਾਇਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜਸ ਕਿਹਾ। ਜੋ ਜੱਲਣ ਭੱਟ ਜੀ ਨੇ ਐਸੇ ਪਵਿੱਤਰ ਮੁਖ ਵਾਕ ਕਹੇ ਨੇ ਕਿ ਸੱਚੇ ਪਾਤਸ਼ਾਹ ਗੁਰ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਾਸੈ। ਵੱਡੇ ਵੱਡੇ ਪਾਪ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਨ ਮਾਤਰ ਸਹੀ ਨਾਸ਼ ਹੋ ਜਾਂਦੇ ਆ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸ ਆਸਹਿ। ਸਿੱਧੀਆਂ ਚਰਨਾਂ ਵਿੱਚ ਆ ਕੇ ਡਿੱਗ ਜਾਂਦੀਆਂ ਮਹਾਰਾਜ, ਤੁਹਾਡੇ ਦਰਸ਼ਨ ਹੀ ਏਡੇ ਪਵਿੱਤਰ ਹਨ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡਾ ਦਰਸ਼ਨ ਕਰਕੇ ਵਾਹਿਗੁਰੂ ਜੀ ਦਾ ਧਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਮਹਾਰਾਜ ਪਰਲੋਕ ਦਾ ਪਉ ਮੁੱਕ ਜਾਂਦਾ ਹੈ। ਸੱਚੇ ਪਾਤਸ਼ਾਹ ਗੁਰ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁੱਕੈ। ਅਭਾਉ ਪ੍ਰਮਾਤਮਾ ਦਾ ਸਵਰੂਪ ਪ੍ਰਾਪਤ ਹੋ ਜਾਂਦਾ, ਲੱਭ ਜਾਂਦਾ ਹੈ ਤੇ ਆਵਾਗਮਨ ਦਾ ਚੱਕਰ ਚੁੱਕ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਜੱਲਣ ਭੱਟ ਜੀ ਕਹਿੰਦੇ ਨੇ ਗੁਰ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁੱਕੈ। ਇੱਕ ਬਿਨ ਦੋ ਗੁਣ ਜਾਉ ਤਉ ਰਹੈ ਜਾ ਸਮੰਤਰ ਮਾਨ ਵੈਲ ਹੈ। ਜਿਹੜਾ ਸ੍ਰੇਸ਼ਟ ਮਨੁੱਖ ਮਹਾਰਾਜ ਉਹ ਹੈ ਜਿਹੜਾ ਆਪ ਜੀ ਦੇ ਮੰਤਰ ਨੂੰ ਲੈ ਲੈਂਦਾ ਹੈ ਤੇ ਮਹਾਰਾਜ ਇੱਕ ਵਾਹਿਗੁਰੂ ਦਾ ਸਰੂਪ ਹੀ ਉਹਦੇ ਅੰਦਰ ਪ੍ਰਕਾਸ਼ਮਾਨ ਹੋ ਜਾਂਦਾ, ਉਹ ਦਵੈਤ ਤੋਂ ਚੁੱਕ ਜਾਂਦਾ। ਇੱਕ ਬਿਨ ਦੋ ਗੁਣ ਜਾਉ ਤਉ ਰਹੈ ਜਾ ਸਮੰਤਰ ਮਾਨ ਵੈਲ ਹੈ। ਜਿਹੜਾ ਮਾਨਵ ਤੁਹਾਡੇ ਸ੍ਰੇਸ਼ਟ ਮੰਤਰ ਨੂੰ ਲੈ ਲੈਂਦਾ ਹੈ ਉਹ ਮਹਾਰਾਜ ਇੱਕ ਤੋਂ ਬਿਨਾਂ ਜਿਹੜੀ ਦਵੈਤ ਹੈ ਨਾ, ਈਰਖਾ, ਉਹਦੇ ਤੋਂ ਚੁੱਕ ਜਾਂਦਾ, ਭਾਵ ਹਟ ਜਾਂਦਾ ਹੈ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੇ ਮਿਲੇ। ਜਾਲਪ ਭੱਟ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਹੀ ਐਸੇ ਹੈ ਜਿਨ੍ਹਾਂ ਦਰਸ਼ਨਾਂ ਨਾਲ ਪਦਾਰਥ ਹੀ ਨਹੀਂ ਮੁੱਕਦੇ, ਰਿਧੀਆਂ ਸਿੱਧੀਆਂ ਹੀ ਨਹੀਂ ਮੁੱਕਦੀਆਂ। ਐਸਾ ਸਤਿਗੁਰੂ ਜੀ ਦਾ ਪਵਿੱਤਰ ਜਸ ਕਿਹਾ। ਫਿਰ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਹੁਤ ਸਵਈਏ ਆ। ਬਾਕੀ ਸਤਿਗੁਰਾਂ ਜੀ ਦੇ ਨਾਲੋਂ ਸਾਧ ਸੰਗਤ ਜੀ ਵਧੇਕ ਸਵਈਏ ਉਚਾਰਨ ਕੀਤੇ ਨੇ ਭੱਟ ਜਨਾਂ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਵਡਿਆਈ ਆਪ ਜੀ ਰਸਨਾ ਤੋਂ ਸਰਵਣ ਕਰ ਆਏ ਹੋ। ਜਿੱਥੇ ਸਾਧ ਸੰਗਤ ਜੀ ਭੱਟਾਂ ਨੇ ਇਹ ਸ਼ਬਦ ਕਹੇ ਸਨ, ਦਾਨ ਬੜੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹੋ ਤਥ। ਇਹ ਸੇਵਕ ਭੱਟ ਜੀ ਦਾ ਸਵਈਆ ਸਾਧ ਸੰਗਤ ਜੀ। ਤਾਹੇ ਕਹਾਂ ਪਰਵਾਹ ਕਾਹੂ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ। ਇਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਦਾਤਾਂ ਕਰਨ ਵਾਸਤੇ ਮਹਾਬਲੀ ਸੂਰਬੀਰ ਹੋ। ਤੁਹਾਡੀ ਦਿੱਤੀ ਹੋਈ ਦਾਤ ਨੂੰ ਕੋਈ ਮਹਾਰਾਜ ਖੋ ਨਹੀਂ ਸਕਦਾ। ਸੱਚੇ ਪਾਤਸ਼ਾਹ ਜੋ ਤੁਸੀਂ ਅੰਦਰ ਪਾ ਦਿੰਦੇ ਹੋ ਮਹਾਰਾਜ ਉਸ ਨੂੰ ਕੋਈ ਕੱਢ ਨਹੀਂ ਸਕਦਾ। ਹੇ ਗਰੀਬ ਨਵਾਜ ਸਤਿਗੁਰੂ ਜਿਹਦੇ ਸੀਸ ਤੇ ਆਪ ਮਿਹਰ ਭਰਿਆ ਹੱਥ ਰੱਖਦੇ ਹੋ ਉਹਨੂੰ ਕਿਸੇ ਦੀ ਕੀ ਪਰਵਾਹ ਹੈ। ਇਹ ਸਾਧ ਸੰਗਤ ਜੀ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜਸ ਦੇ ਸਵਈਏ ਕੱਲ ਭੱਟ ਜੀ ਨੇ ਆਰੰਭ ਕੀਤੇ। ਕੱਲ ਸਹਾਰ ਭੱਟ ਜੀ ਦਾ ਇੱਕ ਸਵਈਆ ਆਇਆ, ਉਸ ਤੋਂ ਬਾਅਦ ਮਥੁਰਾ ਭੱਟ ਜੀ ਦੇ ਇਹ ਸਵਈਏ ਆਰੰਭ ਹੋਏ। ਜੋ ਅਖੀਰਲਾ ਮਥੁਰਾ ਭੱਟ ਜੀ ਦਾ ਇਹ ਸਵਈਆ ਹੈ ਸਾਧ ਸੰਗਤ ਜੀ। ਗਰੀਬ ਨਵਾਜ ਸਤਿਗੁਰੂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਮਥੁਰਾ ਭੱਟ ਜੀ ਕੀ ਜੋਦੜੀ ਕਰਦੇ ਆ। ਅਸੀਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਇਉਂ ਹੀ ਜੋਦੜੀ ਕਰੀਏ। ਆਓ ਮਨ ਬਿਰਤੀ ਇਕਾਗਰ ਕਰੀਏ, ਸ਼ਬਦ ਨਾਲ ਜੁੜੀਏ। ਸ਼ਬਦ ਨਾਲ ਜੁੜ ਕੇ ਹੀ ਸ਼ਾਂਤੀ ਮਿਲਦੀ ਹੈ। ਸੰਸਾਰ ਨੂੰ ਭੁੱਲ ਕੇ ਸ਼ਬਦ ਨਾਲ ਜਦੋਂ ਮਨ ਸਾਡਾ ਇਕਾਗਰ ਹੁੰਦਾ ਹੈ ਅਨੰਤ ਪਰਮਾਤਮਾ ਦੀ ਛੋਹ ਸਾਨੂੰ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ ਹੋਰ ਕੋਈ ਵੀ ਕਾਰਨ ਨਹੀਂ ਹੈ ਸੰਸਾਰ ਅੰਦਰ ਸ਼ਾਂਤੀ ਦਾ। ਸਤਿਗੁਰੂ ਜੀ ਨੇ ਇਸੇ ਕਰਕੇ ਆਪਣੇ ਸਿੱਖ ਨੂੰ ਸ਼ਬਦ ਨਾਲ ਜੋੜਿਆ। ਜਦੋਂ ਆਪਾਂ ਸ਼ਬਦ ਦੇ ਕੀਰਤਨ ਨਾਲ ਜਾਂ ਸ਼ਬਦ ਦੀ ਕਥਾ ਨਾਲ ਜੁੜਦੇ ਆ ਤਾਂ ਸਾਧ ਸੰਗਤ ਜੀ ਬਹੁਤ ਸਰੀਰ ਦਾ ਜਿਹੜਾ ਨਾ ਪਾਪਾਂ ਦਾ ਬੋਝ ਹਲਕਾ ਹੋ ਜਾਂਦਾ। ਮਨ ਦੇ ਉੱਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਦੇ ਸਵਰੂਪ ਦਾ ਅਹਿਸਾਸ ਪ੍ਰਾਪਤ ਹੁੰਦਾ ਹੈ। ਆਓ ਸ਼ਬਦ ਨਾਲ ਜੁੜੀਏ,
ਸਤਿਗੁਰੂ ਪਾਤਸ਼ਾਹ ਜੋਤੀ ਸਰੂਪ ਗਰੀਬ ਨਿਵਾਜ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਲਉ ਨਹੀਂ ਭਾਗ ਲਿਲਾਰ ਉਦੈ। ਮਥੁਰਾ ਭੱਟ ਜੀ ਕਹਿੰਦੇ ਨੇ ਮਹਾਰਾਜ, ਜਬ ਲਉ ਨਹੀਂ ਭਾਗ ਲਿਲਾਰ ਉਦੈ। ਲਿਲਾਰ ਮੱਥੇ ਨੂੰ ਕਹਿੰਦੇ ਆ ਸਾਧ ਸੰਗਤ ਜੀ। ਸੱਚੇ ਪਾਤਸ਼ਾਹ ਜਦੋਂ ਤੱਕ ਸਾਡੇ ਮਸਤਕ ਤੇ ਭਾਗ ਨਹੀਂ ਸਨ ਨਾ ਪ੍ਰਗਟ ਹੋ ਰਹੇ, ਸਾਧ ਸੰਗਤ ਜੀ ਭਾਗ ਪ੍ਰਗਟ ਹੋਏ ਤਾਂ ਗੁਰੂ ਸਾਹਿਬ ਦਾ ਦਰਸ਼ਨ ਹੋਇਆ। ਸਤਿਗੁਰੂ ਜੀ ਦਾ ਦਰਸ਼ਨ ਉਵੇਂ ਨਹੀਂ ਪ੍ਰਾਪਤ ਹੁੰਦਾ। ਜਦੋਂ ਮਸਤਕ ਤੇ ਭਾਗ ਜਿਹੜੇ ਆ ਚੰਗੇ ਜਾਗਦੇ ਹਨ, ਪੂਰਬ ਕਰਮ ਅੰਕੁਰ ਜਬ ਪ੍ਰਗਟਿਓ ਭੇਟਿਓ ਪੁਰਖ ਰਸ ਕਬੈ ਰਾਗੀ। ਕਿਸੇ ਰਸ ਨਾਲ ਭਿੱਜੀ ਹੋਈ ਆਤਮਾ ਦਾ ਦੀਦਾਰ ਹੁੰਦਾ ਹੈ। ਵਾਹਿਗੁਰੂ ਨਾਲ ਜੁੜੇ ਹੋਏ ਕਿਸੇ ਪਿਆਰੇ ਦੀ ਸੰਗਤ ਪ੍ਰਾਪਤ ਹੁੰਦੀ ਹੈ ਜਦੋਂ ਕੋਈ ਪੂਰਬਲਾ ਚੰਗਾ ਅੰਕੁਰ ਸਾਧ ਸੰਗਤ ਜੀ ਪ੍ਰਗਟ ਹੋ ਜਾਵੇ। ਉਹ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਬਚਨ ਜਿਸ ਸਮੇਂ ਲਲਾਰ ਮਸਤਕ ਤੇ ਪ੍ਰਗਟ ਹੋਇਆ, ਮਥੁਰਾ ਭੱਟ ਜੀ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਉਦੋਂ ਹੀ ਤੁਹਾਡੇ ਦਰਸ਼ਨਾਂ ਦਾ ਸੁਭਾਗ ਮਿਲਿਆ। ਨਹੀਂ ਤਾਂ ਮਹਾਰਾਜ ਜਦੋਂ ਤੱਕ ਭਾਗ ਨਹੀਂ ਸੀ ਉਦੇ ਹੋ ਰਹੇ, ਉਦੋਂ ਤੱਕ ਕੀ ਹੋ ਰਿਹਾ ਸੀ ਸਾਡੇ ਨਾਲ। ਤਬ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ। ਉਦੋਂ ਤੱਕ ਮਹਾਰਾਜ ਅਸੀਂ ਭਰਮਦੇ ਫਿਰਦੇ ਸਾਂ, ਠੋਕਰਾਂ ਖਾਂਦੇ ਫਿਰਦੇ ਸਾਂ। ਕਦੀ ਕਿਸੇ ਕੋਲ ਚਲੇ ਗਏ, ਕਦੇ ਕਿਸੇ ਸਨਾਤਨੀ ਮਤ ਦੇ ਸਾਧੂ ਕੋਲ ਗਏ, ਕਦੇ ਮਹਾਰਾਜ ਕਿਸੇ ਹੋਰ ਸਾਧੂ ਕੋਲ ਚਲੇ ਗਏ, ਫਕੀਰਾਂ ਕੋਲ ਚਲੇ ਗਏ ਕਿ ਕਿਸੇ ਕੋਲੋਂ ਸਾਨੂੰ ਆਤਮਿਕ ਸ਼ਾਂਤੀ ਮਿਲ ਜਾਵੇ। ਪਰ ਮਹਾਰਾਜ ਭਰਮਦਿਆਂ ਭਟਕਦਿਆਂ ਹੋਇਆਂ ਦੌੜਦਿਆਂ ਹੋਇਆਂ ਸ਼ਾਂਤੀ ਨਾ ਮਿਲੀ। ਸੱਚੇ ਪਾਤਸ਼ਾਹ ਮਸਤਕ ਤੇ ਭਾਗ ਨਹੀਂ ਸੀ ਨਾ ਉਦੇ ਹੋ ਰਹੇ। ਸਾਧ ਸੰਗਤ ਜੀ ਜਦੋਂ ਮਸਤਕ ਤੇ ਭਾਗ ਉਦੇ ਹੁੰਦੇ ਆ ਨਾ, ਉਦੋਂ ਵਾਹਿਗੁਰੂ ਜੀ ਐਸੀ ਵਿਧ ਬਣਾ ਦਿੰਦੇ ਆ ਕਿ ਫਿਰ ਕਲਿਆਣ ਆਪਣੇ ਆਪ ਹੀ ਸੁਤੇ ਸਿੱਧ ਹੁੰਦੀ ਹੈ। ਆਪਣੇ ਚਾਹ ਕਰਕੇ ਵੀ ਸਾਧ ਸੰਗਤ ਜੀ, ਜੇ ਹੁਣ ਬਾਲਮੀਕ ਜੀ ਸਨ ਤਾਂ ਉਹ ਤਾਂ ਰਾਹ ਮਾਰਦੇ ਸਨ, ਪਰ ਕਿੱਥੋਂ ਸਾਧ ਸੰਗਤ ਜੀ ਭਾਗ ਜਾਗ ਪਏ, ਬ੍ਰਹਮ ਰਿਸ਼ੀ ਹੋਏ। ਬਾਬਾ ਬਿਧੀ ਚੰਦ ਜੀ ਚੋਰੀਆਂ ਕਰਿਆ ਕਰਦੇ ਸਨ, ਭਾਗ ਜਾਗ ਪਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸੰਗਤ ਭਾਈ ਅਦਲੀ ਜੀ ਦੁਆਰਾ ਪ੍ਰਾਪਤ ਹੋਈ ਤੇ ਸਾਧ ਸੰਗਤ ਜੀ ਉਹ ਵਰ ਪ੍ਰਾਪਤ ਕੀਤਾ ਜਿਹੜਾ ਕਿਸੇ ਵੀ ਸਿੱਖ ਨੂੰ ਨਹੀਂ ਮਿਲਿਆ। ਵਿਦਿਆ ਛੀਨਾ ਗੁਰੂ ਕਾ ਸੀਨਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਸ਼ਨ, ਸਤਿਗੁਰੂ ਜੀ ਦੀ ਸੇਵਾ ਜਦੋਂ ਮਸਤਕ ਤੇ ਭਾਗ ਚੰਗੇ ਜਾਗਦੇ ਆ ਨਾ ਉਦੋਂ ਪ੍ਰਾਪਤ ਹੁੰਦੀ ਹੈ। ਹੁਣ ਮਸਤਕ ਤੇ ਭਾਗ ਕਿਵੇਂ ਸਾਧ ਸੰਗਤ ਜੀ ਪੈਂਦੇ ਆ? ਦੋਵੇਂ ਹੱਥ ਜੋੜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੱਥਾ ਟੇਕਦੇ ਆ ਨਾ, ਉਦੋਂ ਸਤਿਗੁਰੂ ਜੀ ਸਾਡੇ ਮਸਤਕ ਤੇ ਭਾਗ ਪਾ ਦਿੰਦੇ, ਚੰਗਾ ਲੇਖ ਪਾ ਦਿੰਦੇ ਆ ਸਤਿਗੁਰੂ। ਬੁਰਾ ਲੇਖ ਮਹਾਰਾਜ ਮੇਟ ਦਿੰਦੇ ਆ ਮਸਤਕ ਤੋਂ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਰੱਥ ਨੇ। ਆਪ ਜੀ ਪਿੱਛੇ ਸਵਈਆਂ ਵਿੱਚ ਸਰਵਣ ਕਰ ਆਏ ਹੋ ਕਿ ਗਰੀਬ ਨਵਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਡਿਆਈ ਕਹਿੰਦਿਆਂ ਹੋਇਆਂ ਮਥੁਰਾ ਭੱਟ ਜੀ ਨੇ ਕਿਹਾ ਸੀ, ਸੱਚੇ ਪਾਤਸ਼ਾਹ ਜੋ ਸਭ ਜੀਵਾਂ ਦੇ ਉੱਤੇ ਮਸਤਕ ਦੇ ਉੱਤੇ ਜੋ ਕਰਮਾਂ ਦੀ ਰੇਖਾ ਹੈ ਨਾ, ਉਹ ਤੁਸੀਂ ਹੀ ਲਿਖ ਰਹੇ ਹੋ ਮਹਾਰਾਜ ਸੱਚੇ ਪਾਤਸ਼ਾਹ। ਤੁਸੀਂ ਹੀ ਵਾਹ ਰਹੇ ਹੋ ਗਰੀਬ ਨਵਾਜ ਸਭ ਦੇ ਕਰਮਾਂ ਦਾ ਲੇਖ। ਜਦੋਂ ਸਤਿਗੁਰੂ ਜੀ ਆਪ ਹੀ ਸਾਧ ਸੰਗਤ ਜੀ ਉਸ ਲੇਖ ਨੂੰ ਬਦਲਣਾ ਚਾਹਣ ਤਾਂ ਮਹਾਰਾਜ ਹੀ ਬਦਲ ਸਕਦੇ ਆ, ਕੋਈ ਹੋਰ ਨਹੀਂ ਬਦਲ ਸਕਦਾ ਹੈ। ਗਰੀਬ ਨਵਾਜ ਸਤਿਗੁਰੂ ਜਦੋਂ ਮਸਤਕ ਤੇ ਭਾਗ ਪਾਉਂਦੇ ਐ, ਉਦੋਂ ਹੀ ਸਾਧ ਸੰਗਤ ਜੀ ਸੰਗਤ ਦੀ ਸੇਵਾ ਬਾਣੀ ਦੇ ਵਿੱਚ ਮਨ ਲੱਗਦਾ ਹੈ। ਨਹੀਂ ਤਾਂ ਕਿੱਥੇ ਜਪਜੀ ਸਾਹਿਬ ਨਹੀਂ ਪੜ੍ਹਿਆ ਜਾਂਦਾ, ਸੰਗਤ ਕਰਨ ਵਿੱਚ ਚਿੱਤ ਹੀ ਨਹੀਂ ਲੱਗਦਾ, ਉਦਾਸ ਹੋ ਜਾਂਦਾ ਚਿੱਤ ਸੰਗਤ ਦੇ ਵਿੱਚ ਆ ਕਰਕੇ। ਮਥੁਰਾ ਭੱਟ ਜੀ ਕਹਿੰਦੇ ਮਹਾਰਾਜ ਜਬ ਲਓ ਨਹੀਂ ਭਾਗ ਲਲਾਰ ਉਦੈ। ਜਦੋਂ ਤੱਕ ਮਸਤਕ ਦੇ ਉੱਤੇ ਚੰਗੇ ਭਾਗ ਨਹੀਂ ਸੀ ਪ੍ਰਗਟ ਹੋ ਰਹੇ, ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ। ਉਦੋਂ ਤੱਕ ਮਹਾਰਾਜ ਭਰਮ ਦੇ ਭਟਕਦੇ ਠੋਕਰਾਂ ਖਾਂਦੇ ਫਿਰਦੇ ਸਾਂ। ਕਲ ਘੋਰ ਸਮੁੰਦਰ ਮੈਂ ਬੂਢਤ ਥੇ। ਮਹਾਰਾਜ ਕਲਯੁਗ ਦੇ ਭਿਆਨਕ ਪਾਪਾਂ ਦੇ ਸਮੁੰਦਰ ਵਿੱਚ ਗੋਤੇ ਖਾ ਰਹੇ ਸਾਂ ਸਤਿਗੁਰੂ ਜੀ। ਕਲ ਘੋਰ ਸਮੁੰਦਰ ਮੈਂ ਬੂਢਤ ਥੇ। ਬੂਢਤ ਹੁੰਦਾ ਡੁੱਬਦੇ ਸਾਂ, ਡੁੱਬਦੇ ਜਾ ਰਹੇ ਸਾਂ ਸਤਿਗੁਰੂ। ਕੋਈ ਬਾਹ ਫੜਨ ਵਾਲਾ ਨਹੀਂ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣਾ ਜ਼ੋਰ ਦਿਖਾਉਂਦੇ ਸਨ ਮਹਾਰਾਜ ਮਨ ਦੇ ਉੱਤੇ। ਗਰੀਬ ਨਵਾਜ ਸਤਿਗੁਰੂ ਆਸਾ ਤ੍ਰਿਸ਼ਨਾ ਨੇ ਢਾਇਆ ਹੋਇਆ ਸੀ ਸੱਚੇ ਪਾਤਸ਼ਾਹ। ਹੇ ਗਰੀਬ ਨਵਾਜ ਸਤਿਗੁਰੂ, ਇਹ ਕਲਯੁਗ ਇੰਨਾ ਘੋਰ ਹੈ, ਇੰਨਾ ਭਿਆਨਕ ਹੈ,
ਇਸ ਦੇ ਭਾਵ ਸਾਨੂੰ ਇੰਨਾ ਦਬਾ ਰਹੇ ਸਨ ਕਿ ਅਸੀਂ ਇਹਨਾਂ ਵਿੱਚ ਗੋਤੇ ਖਾ ਰਹੇ ਸਾਂ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਸਾਨੂੰ ਪਤਾ ਸੱਚੇ ਪਾਤਸ਼ਾਹ ਜੀ, ਇਹ ਸ਼ਰਾਪ ਸਾਡਾ ਕਬਹੂ ਮਿਟ ਹੈ ਨਹੀਂ, ਕਦੇ ਵੀ ਮਿਟਣ ਵਾਲਾ ਨਹੀਂ ਸੀ। ਰੇ ਪਛਤਾਇਓ, ਆਪਣੇ ਮਨ ਵਿੱਚ ਮਹਾਰਾਜ ਸਾਡੇ ਪਛਤਾਤਾਪ ਹੀ ਸੀ। ਸੱਚੇ ਪਾਤਸ਼ਾਹ ਮਹਾਰਾਜ, ਆਤਮਿਕ ਸ਼ਾਂਤੀ ਪ੍ਰਾਪਤ ਨਾ ਸੀ ਹੁੰਦੀ ਤੇ ਪਛਤਾਵਾ ਹੀ ਮਨ ਦੇ ਅੰਦਰ ਰਹਿ ਜਾਂਦਾ ਸੀ। ਸੱਚੇ ਪਾਤਸ਼ਾਹ ਹੋਰ ਕੁਝ ਵੀ ਨਹੀਂ ਸੀ ਸਾਡੇ ਪੱਲੇ। ਗਰੀਬ ਨਵਾਜ ਸਤਿਗੁਰੂ ਪਛਤਾਉਂਦੇ ਹੋਏ ਚਿੰਤਾ ਦੇ ਸਹਿਤ ਹੀ ਜੀਵਨ ਬਤੀਤ ਕਰ ਰਹੇ ਸਾਂ। ਕਬਹੂ ਮਿਟ ਹੈ ਨਹੀਂ, ਕਦੇ ਮਿਟਣ ਵਾਲੇ ਨਹੀਂ ਸੀ ਮਹਾਰਾਜ ਜੋ ਅਸੀਂ ਪਾਪ ਕੀਤੇ ਆ। ਸਾਧ ਸੰਗਤ ਜੀ, ਜਿਉਂ ਇਉਂ ਭਾਵਨਾ ਨਾਲ ਅਰਦਾਸ ਕਰੀਏ ਸੱਚੇ ਪਾਤਸ਼ਾਹ ਮਹਾਰਾਜ ਜੀ, ਜਦੋਂ ਤੱਕ ਤੁਸੀਂ ਸਾਡੇ ਮਸਤਕ ਤੇ ਲੇਖ ਨਹੀਂ ਪਾਓਗੇ ਮਹਾਰਾਜ, ਉਦੋਂ ਤੱਕ ਮਹਾਰਾਜ ਸਾਡੀ ਭਟਕਣਾ ਕਿਵੇਂ ਮਿਟੇਗੀ। ਗਰੀਬ ਨਵਾਜ ਸਤਿਗੁਰੂ ਦੇ ਅੱਗੇ ਜੋਦੜੀ ਕਰਨੀ, ਸੱਚੇ ਪਾਤਸ਼ਾਹ ਮੇਰੇ ਮਸਤਕ ਤੇ ਭਾਗ ਪਾ ਦਿਓ ਆਪਣੀ ਸੇਵਾ ਦਾ। ਸਤਿਗੁਰੂ ਆਪਣੇ ਨਾਮ ਜਪਣ ਦਾ, ਆਪਣੀ ਬੰਦਗੀ ਦਾ ਦਾਸ ਜਾਣ ਕਰਕੇ ਮਹਾਰਾਜ ਮੈਨੂੰ ਇਹ ਭਾਗ ਪਾ ਕੇ ਆਪਣੀ ਸੇਵਾ ਵਿੱਚ ਲਾ ਲਓ। ਸਤਿਗੁਰੂ ਮੈਂ ਤਾਂ ਭਟਕਦਾ ਭਟਕਦਾ ਤੁਹਾਡੇ ਦਰ ਤੇ ਮਨੁੱਖਾ ਜਨਮ ਮਿਲ ਗਿਆ ਤੇ ਆ ਕੇ ਡਿੱਗ ਗਿਆ, ਕਿਰਪਾ ਕਰਕੇ ਮੇਰੇ ਤੇ ਤਰਸ ਕਰੋ, ਮੇਰੇ ਤੇ ਮਿਹਰ ਕਰੋ। ਤੇ ਸਾਧ ਸੰਗਤ ਜੀ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਇਉਂ ਜੋਦੜੀਆਂ ਕਰੀਏ ਨਾ ਕਿ ਮਹਾਰਾਜ ਕਲਯੁਗ ਦੇ ਸਮੁੰਦਰ ਵਿੱਚ ਅਸੀਂ ਡੁੱਬ ਰਹੇ ਹਾਂ, ਤੁਸੀਂ ਕਿਰਪਾ ਕਰਕੇ ਸਾਨੂੰ ਤਾਰ ਲਓ। ਕਦੇ ਮਿਟਣ ਵਾਲੇ ਪਾਪ ਨਹੀਂ ਜਿਹੜੇ ਮਹਾਰਾਜ ਅਸੀਂ ਕੀਤੇ ਆ ਜਾਂ ਪਿੱਛੇ ਕਰ ਆਏ ਆ। ਪਾਪਾਂ ਕਰਕੇ ਸਾਧ ਸੰਗਤ ਜੀ ਬਿਰਤੀ ਦੇ ਉੱਤੇ ਮਾਇਆ ਦਾ ਤੇ ਅਗਿਆਨਤਾ ਦਾ ਪਰਦਾ ਪਿਆ ਰਹਿੰਦਾ। ਪਿਛਲੇ ਜਨਮਾਂ ਦੇ ਪਾਪ ਵੀ ਖੜਾ ਨਹੀਂ ਛੱਡਦੇ। ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਪਾਪਾਂ ਦਾ ਪਤਾ ਹੀ ਨਹੀਂ ਉਹਨਾਂ ਬਾਬਤ ਕੀ ਕਹੀਏ, ਪਰ ਜਿਹੜੇ ਹੁਣ ਇਸ ਦੇਹੀ ਵਿੱਚ ਆ ਕੇ ਕੀਤੇ ਮਹਾਰਾਜ ਸਾਨੂੰ ਉਹ ਵੀ ਜਾਪਦਾ ਕਿ ਮਿਟਣ ਵਾਲੇ ਹੈ ਨਹੀਂ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਉਹ ਕੀਤੇ ਹੋਏ ਪਾਪਾਂ ਦਾ ਮਹਾਰਾਜ ਪਛਤਾਤਾਪ ਹੀ ਮਨ ਵਿੱਚ ਲੱਗ ਰਿਹਾ। ਸਤਿਗੁਰੂ ਪਛਤਾਉਂਦੇ ਹੋਏ ਝੂਰ ਰਹੇ ਆ ਕਿ ਕੀ ਹੋਵੇਗਾ, ਕਿਵੇਂ ਮਹਾਰਾਜ ਸਾਡੀ ਮੋਕਸ਼ ਹੋਵੇਗੀ, ਮੁਕਤੀ ਹੋਵੇਗੀ। ਗਰੀਬ ਨਵਾਜ, ਇਉਂ ਅਸੀਂ ਜਦੋਂ ਆਪਣੇ ਪਾਪਾਂ ਵੱਲ ਵੇਖਦੇ ਆ ਨਾ, ਉਦੋਂ ਮਨ ਡਰ ਜਾਂਦਾ ਹੈ। ਪਰ ਮਹਾਰਾਜ ਜੀ, ਜਦੋਂ ਤੁਹਾਡੀ ਬਖਸ਼ਿਸ਼ ਵੱਲ ਵੇਖਦੇ ਆ ਉਦੋਂ ਤਰਵਾਸ ਆ ਜਾਂਦੀ ਹੈ, ਕਿਉਂਕਿ ਤੁਹਾਡੀ ਬਖਸ਼ਿਸ਼ ਤਾਂ ਸਮੁੰਦਰ ਵਰਗੀ ਵਿਸ਼ਾਲ ਹੈ। ਸਾਡੇ ਪਾਪ ਤਾਂ ਮਹਾਰਾਜ ਬੂੰਦਾਂ ਦੀ ਤਰ੍ਹਾਂ ਬੜੇ ਛੋਟੇ ਫਿਰ ਦਿਖਾਈ ਦਿੰਦੇ ਆ ਤੁਹਾਡੀ ਬਖਸ਼ਿਸ਼ ਵੱਲ ਜਦੋਂ ਵੇਖੀਏ। ਪਰ ਜਦੋਂ ਆਪਣੇ ਪਾਪਾਂ ਵੱਲ ਧਿਆਨ ਜਾਵੇ ਤਾਂ ਮਹਾਰਾਜ ਤੁਹਾਡੇ ਤੋਂ ਬਿਨਾਂ ਕੌਣ ਮਿਟਣ ਦੇ ਸਮਰੱਥ ਹੈ। ਸਤਿਗੁਰੂ ਸਾਨੂੰ ਸ਼ਰਾਪ ਤੋਂ ਮੁਕਤ ਕੋਈ ਨਹੀਂ ਕਰ ਸਕਦਾ ਸੀ। ਤਤ ਵਿਚਾਰ ਯਹ ਮਥੁਰਾ। ਮਥੁਰਾ ਭੱਟ ਜੀ ਕਹਿੰਦੇ, ਸੰਸਾਰ ਦੇ ਲੋਕੋ ਮੈਂ ਤਤ ਵਿਚਾਰਿਆ, ਸਿਧਾਂਤ ਕੱਢਿਆ। ਜਦੋਂ ਸਾਧ ਸੰਗਤ ਜੀ ਕੋਈ ਨਿਚੋੜ ਕੱਢਦਾ ਨਾ ਵਿਦਵਾਨ, ਤਾਂ ਫਿਰ ਸੰਸਾਰ ਨੂੰ ਦੱਸਦਾ। ਜਿਵੇਂ ਸਾਇੰਸਦਾਨ ਕੋਈ ਖੋਜ ਕਰ ਲੈਂਦਾ ਨਾ, ਤੇ ਖੋਜ ਕਰਕੇ ਫਿਰ ਸਾਧ ਸੰਗਤ ਜੀ ਸੰਸਾਰ ਨੂੰ ਦੱਸਦਾ ਹੈ ਕਿ ਇਸ ਤੋਂ ਹੁਣ ਸੰਸਾਰ ਵੀ ਲਾਭ ਲੈ ਸਕੇ, ਸੰਸਾਰ ਦੇ ਜੀਵਾਂ ਦਾ ਵੀ ਭਲਾ ਹੋ ਸਕੇ। ਮਥੁਰਾ ਭੱਟ ਜੀ ਕਹਿੰਦੇ ਤਤ ਵਿਚਾਰ ਯਹ ਮਥੁਰਾ। ਮਥੁਰਾ ਜੀ ਕਹਿੰਦੇ ਨੇ ਮੈਂ ਤਤ ਵਿਚਾਰਿਆ, ਇਹ ਸਿਧਾਂਤ ਕੱਢ ਲਿਆ ਹੈ। ਇਹ ਇਸ ਪ੍ਰਕਾਰ ਮੈਂ ਪੂਰਾ ਵਿਚਾਰ ਕਰਕੇ, ਪੂਰਾ ਕੋਖ ਕਰਕੇ, ਐਵੇਂ ਨਹੀਂ ਮਥੁਰਾ ਜੀ ਕਹਿੰਦੇ ਅਸੀਂ ਕਹਿ ਰਹੇ ਇਹ ਸਿਧਾਂਤ ਤੇ ਸਿੱਟੇ ਤੇ ਪਹੁੰਚੇ ਆ। ਕੀ ਸਿੱਟਾ ਦੱਸਦੇ ਆ, ਕੀ ਸਿਧਾਂਤ ਦੱਸਦੇ ਹਨ? ਜਗ ਤਾਰਨ ਕੋ ਅਵਤਾਰ ਬਣਾਇਓ। ਸੱਚੇ ਪਾਤਸ਼ਾਹ ਹੋਰ ਕੋਈ ਕਾਰਨ ਨਹੀਂ, ਆਪ ਜੀ ਨੇ ਜਗਤ ਨੂੰ ਤਾਰਨ ਵਾਸਤੇ ਆਪਣਾ ਅਵਤਾਰ ਬਣਾਇਆ ਹੈ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਵਾਂ ਦੀ ਕਲਿਆਣ ਵਾਸਤੇ ਆਪ ਸੰਸਾਰ ਵਿੱਚ ਅਵਤਰੇ ਹੋ, ਹੋਰ ਕੋਈ ਵੀ ਤੁਹਾਡੇ ਆਉਣ ਦਾ ਪ੍ਰਯੋਜਨ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਧ ਸੰਗਤ ਜੀ ਬਚਪਨ ਦੇ ਵਿੱਚ ਮਾਤਾ ਸਾਹਿਬ ਜੀ ਦੀ ਦੇਖ ਰੇਖ ਹੇਠਾਂ ਬਤੀਤ ਹੋਇਆ ਬਚਪਨ, ਪਿਤਾ ਸਤਿਗੁਰੂ ਜੀ ਦੀ ਸਿੱਖਿਆ ਦੀਖਿਆ ਮਹਾਰਾਜ ਜੀ ਨੂੰ ਗੁਰੂ ਅਰਜਨ ਸਾਹਿਬ ਨੂੰ ਪ੍ਰਾਪਤ ਹੋਈ। ਗਰੀਬ ਨਵਾਜ ਸਤਿਗੁਰੂ ਜੀ ਨੇ ਜਵਾਨੀ ਦੀ ਆਜੂ ਸੀ ਸਾਧ ਸੰਗਤ ਜੀ, ਤਕਰੀਬਨ 24 ਸਾਲ ਦੀ ਆਜੂ ਸੀ ਜਦੋਂ ਮਹਾਰਾਜ ਗੁਰਤਾ ਦੇ ਤਖਤ ਤੇ ਬੈਠੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਐਸੇ ਸੁਚੱਜੇ ਢੰਗ ਨਾਲ ਕੀਤਾ ਹੈ ਜੋ ਸਤਿਗੁਰੂ ਦੀਆਂ ਬਖਸ਼ਿਸ਼ਾਂ ਸਾਧ ਸੰਗਤ ਜੀ ਜਦੋਂ ਤੱਕ ਕਾਇਨਾਤ ਰਹੇਗੀ ਜੀਵ ਦੇਖਦੇ ਰਹਿਣਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਇਮਾਰਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਪਵਿੱਤਰ ਰਚਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੇ ਭਲੇ ਵਾਸਤੇ, ਸੰਸਾਰ ਦੀ ਕਲਿਆਣ ਵਾਸਤੇ ਸਾਧ ਸੰਗਤ ਜੀ ਏਡੇ ਵੱਡੇ ਕਾਰਜ ਕੀਤੇ ਆ। ਛੋਟੀ ਜੀ ਆਜੂ ਵਿੱਚ ਗਰੀਬ ਨਵਾਜ ਸਤਿਗੁਰੂ ਨੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜਗ ਤਾਰਨ ਕੋ ਅਵਤਾਰ ਬਣਾਇਓ, ਜਗਤ ਦੇ ਤਾਰਨ ਵਾਸਤੇ, ਜੀਵਾਂ ਦੇ ਕਲਿਆਣ ਵਾਸਤੇ, ਕਿਉਂਕਿ ਡੁੱਬਦੇ ਜਾ ਰਹੇ ਸੀ ਸੰਸਾਰ ਦੇ ਜੀਵ, ਅਧੋਗਤੀ ਨੂੰ ਜਾਂਦੇ ਹੋਏ ਨਰਕ ਹੀ ਭਰਦੇ ਜਾ ਰਹੇ ਸਨ। ਸਤਿਗੁਰੂ ਇਹਨਾਂ ਨੂੰ ਬਚਾਉਣ ਵਾਸਤੇ ਨਰਕਾਂ ਤੋਂ
ਇਹਨਾਂ ਦੀ ਕਲਿਆਣ ਵਾਸਤੇ ਆਪ ਜੀ ਨੇ ਆਪਣਾ ਅਵਤਾਰ ਬਣਾਇਆ ਹੈ। ਜਪਿਓ ਜਿਨ ਅਰਜਨ ਦੇਵ ਗੁਰੂ। ਮਥੁਰਾ ਭੱਟ ਜੀ ਸਤਿਗੁਰੂ ਜੀ ਦੇ ਨਾਮ ਜਪਣ ਦਾ ਕਿੱਡਾ ਕੁ ਵੱਡਾ ਫਲ ਹੈ ਸਾਧ ਸੰਗਤ ਜੀ, ਕਿੱਡੀ ਵੱਡੀ ਸ਼ਰਧਾ ਹੈ ਮਥੁਰਾ ਭੱਟ ਜੀ ਦੀ। ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ, ਜਿਸ ਰਸਨਾ ਨੇ ਜਿਸ ਜੀਵ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਜਪਿਆ ਹੈ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਾਧ ਸੰਗਤ ਜੀ ਸੰਕਟ ਜੋਨੀ ਹੈ ਗਰਭ ਜੋਨੀ, ਦੁਖਦਾਈ ਜੋਨੀ ਹੈ, ਮੁਖ ਤਲੈ ਪੈਰ ਉਪਰੈ ਵਸੰਦੋ ਕੋਥੜਾ ਥਾਏ। ਐਸਾ ਸਾਧ ਸੰਗਤ ਜੀ ਘੋਰ ਉਹ ਥਾਂ ਹੈ ਭਿਆਨਕ, ਜਿੱਥੇ ਜੀਵ ਨੂੰ ਅਨੇਕਾਂ ਹੀ ਪ੍ਰਕਾਰ ਦੇ ਕਸ਼ਟ ਸਹਾਰਨੇ ਪੈਂਦੇ ਹੈ। ਸੱਚੇ ਪਾਤਸ਼ਾਹ ਤੁਹਾਡਾ ਨਾਮ ਏਡਾ ਬਲੀ ਹੈ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗਰਭ ਦੀ ਜੋਨ ਵਿੱਚ ਜਿਹੜੀ ਬੜੀ ਸੰਕਟ ਵਾਲੀ ਹੈ, ਦੁਖਦਾਈ ਹੈ, ਇਹਨਾਂ ਜੂਨਾਂ ਤੋਂ ਹੀ ਸਾਧ ਸੰਗਤ ਜੀ ਨਿਕਲ ਜਾਂਦਾ ਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਗਰੀਬ ਨਵਾਜ ਸਤਿਗੁਰੂ, ਜਿਨ੍ਹਾਂ ਦੇ ਸਿੱਖ ਹੋਣ ਦਾ ਸਾਨੂੰ ਮਾਣ ਪ੍ਰਾਪਤ ਹੈ, ਜਿਨ੍ਹਾਂ ਸਤਿਗੁਰਾਂ ਤੋਂ ਸਾਧ ਸੰਗਤ ਜੀ ਹੋਰਨਾਂ ਧਰਮਾਂ ਵਾਲਿਆਂ ਨੇ ਆ ਕਰਕੇ ਸਿੱਖੀ ਗ੍ਰਹਿਣ ਕੀਤੀ ਤੇ ਕਲਿਆਣ ਨੂੰ ਪ੍ਰਾਪਤ ਹੋਏ। ਕੀ ਸਤਿਗੁਰੂ ਸਾਡੀ ਕਲਿਆਣ ਨਾ ਕਰਨਗੇ? ਗਰੀਬ ਨਵਾਜ ਸਤਿਗੁਰੂ ਜੀ ਦੇ ਨਾਮ ਵਿੱਚ ਇੰਨੀ ਸ਼ਕਤੀ ਹੈ, ਜਿਹੜਾ ਕਹਿੰਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਬਾਸ਼ਰਤ ਕਿ ਸ਼ਰਧਾ ਨਾਲ ਕਹੇ, ਪੂਰੇ ਪਿਆਰ ਨਾਲ ਕਹੇ। ਭੱਟ ਮਥੁਰਾ ਜੀ ਕਹਿੰਦੇ ਨੇ ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਗਰਭ ਜੋਨੀ ਦੇ ਸੰਕਟ ਦੁਆਰੇ ਵਿੱਚ ਨਹੀਂ ਆਵੇਗਾ। ਕਲ ਸਮੁੰਦਰ ਭਏ ਰੂਪ। ਸਾਧ ਸੰਗਤ ਜੀ ਇਹ ਅੱਗੋਂ ਸਵਈਆ ਹਰਬੰਸ ਭੱਟ ਜੀ ਦਾ ਹੁਣ ਜਿਹੜਾ ਹੈ ਆਰੰਭ ਹੁੰਦਾ ਹੈ। ਕਲਯੁਗ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜਾ ਇਹ ਸਮੁੰਦਰ ਹੈ ਨਾ, ਬੜਾ ਘੋਰ ਹੈ ਮਹਾਰਾਜ, ਜਿਹਦੇ ਵਿੱਚ ਪਾਪਾਂ ਦਾ ਹੀ ਜਲ ਭਰਿਆ ਹੋਇਆ ਹੈ। ਪ੍ਰਗਟ ਹਰ ਨਾਮ ਉਦਾਹਰਨ। ਪ੍ਰਗਟ ਹੀ ਮਹਾਰਾਜ ਆਪ ਜੀ ਨੇ ਹਰੀ ਨਾਮ ਦਾ ਜਹਾਜ਼ ਦਿੱਤਾ ਹੈ, ਵਾਹਿਗੁਰੂ ਨਾਮ ਦਾ ਜਹਾਜ਼ ਦਿੱਤਾ ਜੀਵਾਂ ਦੇ ਉਦਾਹਰਨ ਵਾਸਤੇ, ਜੀਵਾਂ ਦੇ ਕਲਿਆਣ ਵਾਸਤੇ। ਸੱਚੇ ਪਾਤਸ਼ਾਹ ਆਪ ਨੇ ਸਭ ਨੂੰ ਨਾਮ ਦੀਆਂ ਦਾਤਾਂ ਵਰਤਾ ਦਿੱਤੀਆਂ। ਵਸੇ ਸੰਤ ਜਿਸ ਹਿਰਦੈ। ਜਿਸ ਹਿਰਦੇ ਦੇ ਅੰਦਰ, ਜਿਸ ਸੰਤ ਮਹਾਪੁਰਸ਼ ਦੇ ਹਿਰਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਾਸ ਹੋ ਜਾਂਦਾ ਏ। ਸਾਧ ਸੰਗਤ ਜੀ ਆਪ ਜੀ ਨੇ ਪਿੱਛੇ ਸਾਖੀ ਸੁਣੀ ਸੀ ਭਾਈ ਕਲਿਆਣਾ ਜੀ ਦੀ। ਗੁਰੂ ਮਹਾਰਾਜ ਜੀ ਦਾ ਹਿਰਦੇ ਵਿੱਚ ਵਾਸ ਸੀ। ਸਕੇਤ ਮੰਡੀ ਵਾਲਾ ਰਾਜਾ ਲੱਤ ਵੱਢਣ ਦੀ ਕੋਸ਼ਿਸ਼ ਕਰਦਾ ਸੀ, ਜਿਹੜਾ ਵੀ ਤਲਵਾਰ ਉਠਾਉਂਦਾ ਸੀ ਬੇਹੋਸ਼ ਹੋ ਕੇ ਡਿੱਗ ਜਾਂਦਾ ਸੀ। ਬਸ ਇਹ ਸੰਤ ਜਿਸ ਹਿਰਦਾ, ਜਿਸ ਸੰਤ ਦੇ ਹਿਰਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਸਦੇ ਹੈ। ਸਾਧ ਸੰਗਤ ਜੀ ਸਰਹੰਦ ਦੇ ਰਹਿਣ ਵਾਲੇ ਦੋ ਭਰਾ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਕਮਾਉਂਦੇ ਤੇ ਨਾਲੇ ਸਾਧ ਸੰਗਤ ਜੀ 6 ਮਹੀਨੇ ਬਾਅਦ ਦਰਸ਼ਨ ਕਰਨ ਅੰਮ੍ਰਿਤਸਰ ਸਾਹਿਬ ਆਉਂਦੇ, ਦਸਵੰਧ ਭੇਟਾ ਕਰ ਜਾਂਦੇ ਤੇ ਸ਼ਾਹੂਕਾਰੇ ਦਾ ਕੰਮ ਕਰਿਆ ਕਰਦੇ ਸੀਗੇ। ਬ੍ਰਾਹਮਣ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਦੇ, ਸਿੱਖੀ ਕਮਾਉਂਦੇ। ਬ੍ਰਾਹਮਣ ਇਹ ਨਹੀਂ ਕਿ ਕੇਸ ਕੱਟੇ ਤੇ ਫਿਰ ਬ੍ਰਾਹਮਣ ਬਣਦਾ ਹੈ। ਸਾਧ ਸੰਗਤ ਜੀ ਕਿਸੇ ਵੀ ਧਰਮ ਵਿੱਚ ਕੇਸ ਕੱਟਣ ਦੀ ਇਜਾਜ਼ਤ ਨਹੀਂ ਹੈ। ਸਤਿਗੁਰੂ ਜੀ ਦੀ ਤਨੋਂ ਮਨੋਂ ਸਿੱਖੀ ਕਮਾਉਂਦੇ। ਇੱਕ ਕੋਈ ਸਾਧ ਸੰਗਤ ਜੀ ਅਹਿਲਕਾਰ ਸੀ ਮੁਸਲਮਾਨ, ਉਹ ਦਿੱਲੀ ਨੂੰ ਜਾ ਰਿਹਾ ਸੀ। ਉਸ ਸੋਚਿਆ ਕਿ ਕੁਝ ਕੋਲ ਸਾਧ ਸੰਗਤ ਜੀ ਉਸਦੇ ਸੋਨਾ ਸੀ ਤੇ ਕੁਝ ਨਗਦੀ ਸੀ। ਰਸਤੇ ਵਿੱਚ ਜਾਵਾਂਗਾ, ਕੋਈ ਚੋਰ ਠੱਗ ਚੋਰੀ ਨਾ ਕਰ ਲੈਣ ਤੇ ਇੱਥੇ ਕਿਤੇ ਕਿਸੇ ਸ਼ਾਹੂਕਾਰ ਕੋਲ ਰੱਖ ਜਾਵਾਂ। ਰੱਖਣ ਦੇ ਪੈਸੇ ਦਿਆ ਕਰਦੇ ਸਨ ਉਸ ਸਮੇਂ ਸਾਧ ਸੰਗਤ ਜੀ, ਜਿਵੇਂ ਅੱਜ ਕੱਲ੍ਹ ਨੌਕਰਾਂ ਦੇ ਵਿੱਚ ਆਪਾਂ ਰੱਖਦੇ ਹਾਂ ਸਮਾਨ ਜ਼ਰੂਰੀ। ਉਹ ਰੱਖ ਕੇ ਨਾ ਦਿੱਲੀ ਚਲਿਆ ਗਿਆ। ਗੁਰੂ ਸਾਹਿਬ ਦੇ ਦੋਵੇਂ ਸਿੱਖ ਭਰਾ ਦੋਵੇਂ ਸਾਧ ਸੰਗਤ ਜੀ ਉਹਨਾਂ ਨੇ ਰੱਖ ਤਾਂ ਲਿਆ, ਪਰ ਵਹੀ ਵਿੱਚ ਚਾੜਨਾ ਭੁੱਲ ਗਿਆ ਉਹਨਾਂ ਨੂੰ। ਜਿਹੜਾ ਵੀ ਸਮਾਨ ਰੱਖਦੇ ਹੁੰਦੇ ਆ ਸ਼ਾਹੂਕਾਰ, ਉਹਨੂੰ ਲਿਖਦੇ ਹੁੰਦੇ ਆ ਵੀ ਸਾਡੇ ਕੋਲ ਇੰਨਾ ਸਮਾਨ ਫਲਾਣੇ ਦਾ, ਉਹਦਾ ਐਡਰੈਸ ਹੈ, ਸਾਰਾ ਕੁਝ ਲਿਖ ਕੇ ਤੇ ਫਿਰ ਰੱਖਦੇ, ਪਰ ਰੱਖ ਤਾਂ ਲਿਆ, ਲਿਖਣਾ ਭੁੱਲ ਗਏ। ਸਤਿਗੁਰੂ ਜੀ ਦੀ ਤਰ੍ਹਾਂ ਮਨੋਂ ਸਿੱਖੀ ਕਮਾਉਂਦੇ ਆ। ਜਦੋਂ ਉਹ ਅਹਿਲਕਾਰ ਮੁਸਲਮਾਨ ਵਾਪਸ ਆਇਆ, ਆ ਕੇ ਆਪਣਾ ਉਹ ਸਮਾਨ ਮੰਗਣ ਲੱਗਾ, ਸੋਨਾ ਤੇ ਨਗਦੀ। ਜਦੋਂ ਵਹੀ ਖੋਲੀ, ਵਹੀ ਦੇ ਵਿੱਚ ਉਹਦਾ ਨਾਮ ਨਾ ਆਵੇ। ਕਹਿੰਦੇ ਭਾਈ ਤੂੰ ਤਾਂ ਸਾਨੂੰ ਦੇ ਕੇ ਨਹੀਂ ਗਿਆ। ਹੁਣ ਸ਼ਕਲ ਤੋਂ ਸਾਧ ਸੰਗਤ ਜੀ ਯਾਦ ਨਾ ਰਿਹਾ, ਵਹੀ ਖਾਤੇ ਵਿੱਚ ਉਹਦਾ ਨਾਮ ਨਹੀਂ ਲਿਖਿਆ। ਉਹਨੇ ਜਾ ਨਵਾਬ ਕੋਲ ਸ਼ਿਕਾਇਤ ਕੀਤੀ, ਕਹਿਣ ਲੱਗਾ ਇੱਥੇ ਦੋ ਸ਼ਾਹੂਕਾਰ ਨੇ, ਮੈਂ ਉਹਨਾਂ ਕੋਲ ਆਪਣਾ ਸਮਾਨ ਰੱਖ ਕੇ ਗਿਆ। ਹੁਣ ਉਹ ਕਹਿੰਦੇ ਮੁੱਕਰੀ ਗਏ ਆ ਕਿ ਸਾਡੇ ਕੋਲ ਤਾਂ ਤੂੰ ਰੱਖ ਕੇ ਨਹੀਂ ਗਿਆ। ਨਵਾਬ ਨੇ ਬੁਲਾ ਲਿਆ। ਮੁਸਲਮਾਨੀ ਰਾਜ ਸੀ, ਮੁਸਲਮਾਨ ਦਾ ਸਮਾਨ ਹੋਵੇ ਹਿੰਦੂ ਨਾ ਦਵੇ, ਕਿਵੇਂ ਹੋ ਸਕਦਾ? ਗੁਲਾਮ ਕੌਮ ਨੂੰ ਤਾਂ ਉਵੇਂ ਹੀ ਪੀੜ ਦਿੰਦੇ ਆ। ਬੁਲਾ ਲਿਆ ਗਿਆ ਨਵਾਬ ਦੀ ਕਚਹਿਰੀ ਵਿੱਚ। ਫਿਰ ਇਸ ਸਮੇਂ ਨਵਾਬ ਨੇ ਕਿਹਾ
ਕਿ ਭਾਈ ਤੁਸੀਂ ਇਹਦਾ ਸਮਾਨ ਰੱਖਿਆ ਤਾਂ ਦਿਓ। ਕਹਿਣ ਲੱਗੇ ਨਹੀਂ ਤਾਂ ਮਹਾਰਾਜ ਸਾਡੇ ਕੋਲ ਤਾਂ ਹੈ ਹੀ ਨਹੀਂ, ਜਿੱਤਾ ਦਿੱਤਾ ਹੁੰਦਾ ਤਾਂ ਅਸੀਂ ਦਿੰਦੇ ਨਾ। ਉਹਨਾਂ ਦੀ ਇਮਾਨਦਾਰੀ ਤੋਂ ਨਵਾਬ ਵਾਕਫ ਸੀ। ਫਿਰ ਕਹਿਣ ਲੱਗਾ ਹੁਣ ਤਾਂ ਫਤਵਾ ਦਿੱਤਾ ਜਾਵੇਗਾ। ਕੀ ਮਹਾਰਾਜ ਕੀ ਫਤਵਾ ਹੈ? ਕਹਿੰਦਾ ਤੱਤਾ ਤੇਲ ਦਾ ਕੜਾਹਾ ਤਾਰਿਆ ਗਿਆ। ਕਹਿੰਦੇ ਜਿਹੜਾ ਸੱਚਾ ਹੈ ਉਹਦਾ ਹੱਥ ਭੱਜ ਜਾਵੇਗਾ, ਜਿਹੜਾ ਝੂਠਾ ਉਹਦਾ ਹੱਥ ਸੜੇਗਾ। ਮੁਸਲਮਾਨ ਨੂੰ ਪਤਾ ਸੀ ਮੈਂ ਸੱਚਾ ਹਾਂ, ਉਹ ਕਹਿਣ ਲੱਗਾ ਮੈਨੂੰ ਮਨਜ਼ੂਰ ਹੈ। ਤਾਂ ਫਿਰ ਸਿੱਖਾਂ ਨੇ ਤੇ ਸਮੇਂ ਗੁਰੂ ਮਹਾਰਾਜ ਜੀ ਦਾ ਧਿਆਨ ਕੀਤਾ। ਬਸੈ ਸੰਤ ਜਿਸ ਹਿਰਦੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਤਨੋਂ ਮਨੋਂ ਯਾਦ ਕੀਤਾ। ਗਰੀਬ ਨਵਾਜ ਸਾਨੂੰ ਪਤਾ ਨਹੀਂ, ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰਿਓ। ਸਾਧ ਸੰਗਤ ਜੀ ਤੇ ਸਮੇਂ ਤਤਾ ਤੇਲ ਦਾ ਕੜਾਹਾ ਨਵਾਬ ਨੇ ਤਾ ਦਿੱਤਾ। ਜਿਸ ਸਮੇਂ ਦੋਹਾਂ ਭਰਾਵਾਂ ਨੇ ਤੇਲ ਦੇ ਵਿੱਚ ਹੱਥ ਪਾਇਆ ਤੇ ਆਪਣੇ ਮੁਖ ਤੋਂ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਨਾਮ ਲੈ ਕਰਕੇ ਤੇਲ ਦੇ ਵਿੱਚ ਹੱਥ ਪਾ ਦਿੱਤਾ। ਸਾਧ ਸੰਗਤ ਜੀ ਸੜਦੇ ਹੋਏ ਤੇਲ ਨੇ ਹੱਥ ਦੇ ਉੱਤੇ ਅਸਰ ਨਾ ਦਿਖਾਇਆ। ਇਹ ਹੈ ਗੁਰੂ ਸਾਹਿਬ ਦੀ ਸਿੱਖੀ। ਫਿਰ ਮੁਸਲਮਾਨ ਨੂੰ ਕਿਹਾ ਕਿ ਤੂੰ ਭਾਈ ਹੁਣ ਹੱਥ ਪਾ। ਸਿੱਖਾਂ ਦਾ ਤੇ ਹੱਥ ਨਹੀਂ ਸਾੜਿਆ ਤੇਲ ਨੇ, ਮੁਸਲਮਾਨ ਨੇ ਹੱਥ ਪਾਇਆ। ਸਾਧ ਸੰਗਤ ਜੀ ਹੱਥ ਪਾ ਹੀ ਨਾ ਸਕਿਆ, ਉਂਗਲੀ ਤੇ ਸਮੇਂ ਸੜ ਗਈ। ਤੱਤੇ ਤੇਲ ਵਿੱਚ ਹੱਥ ਕਿੱਥੋਂ ਧਰਿਆ ਜਾਂਦਾ ਹੈ? ਤੇ ਸਮੇਂ ਸੀ ਕਰਦੇ ਹੋਏ ਨੇ ਹੱਥ ਚੱਕ ਲਿਆ। ਸਾਰੀ ਸਭਾ ਵਿੱਚ ਮੁਸਲਮਾਨ ਝੂਠਾ ਸਾਬਤ ਹੋਇਆ। ਜਦੋਂ ਉਹ ਘਰ ਆਏ ਨਾ, ਮਨ ਵਿੱਚ ਦੋਵੇਂ ਭਰਾ ਸੋਚਣ ਲੱਗੇ ਕਿ ਜੇ ਉਹ ਝੂਠਾ ਹੁੰਦਾ ਤਾਂ ਤੇਲ ਵਿੱਚ ਹੱਥ ਕਾਹਨੂੰ ਪਾਉਣਾ ਸੀ ਉਸਨੇ, ਵੀ ਕਿਤੇ ਸੱਚਾਈ ਨਾ ਹੋਵੇ। ਆਪਣਾ ਸਾਰਾ ਸਾਜੋ ਸਮਾਨ ਫੋਲਣ ਲੱਗ ਪਏ। ਅਖੀਰ ਉਹ ਸਾਧ ਸੰਗਤ ਜੀ ਉਹਦਾ ਉਹ ਨਗਦੀ ਸੋਨਾ ਲੱਭ ਹੀ ਪਿਆ। ਤਾਂ ਉਹਨੂੰ ਕੋਲ ਬੁਲਾਇਆ। ਕਹਿਣ ਲੱਗੇ ਲੈ ਭਾਈ ਸਾਨੂੰ ਮਾਫ ਕਰੀ, ਪਤਾ ਨਹੀਂ ਸੀ, ਅਸੀਂ ਚੜਾਉਣਾ ਹੁਣ ਭੁੱਲ ਗਏ ਸਾਂ। ਆਹ ਤੇਰਾ ਸਮਾਨ ਹੈ ਤੇ ਲੈ ਲੈ। ਕਹਿੰਦਾ ਸਮਾਨ ਤਾਂ ਹੁਣ ਕੀ ਲੈਣਾ, ਮੈਨੂੰ ਇਹ ਦੱਸੋ ਤੁਹਾਡਾ ਪੀਰ ਕੌਣ, ਕਿਹਦਾ ਨਾਮ ਲੈ ਰਹੇ ਸੀ ਤੇ ਕਿਹੜੀ ਤੁਸੀਂ ਆਪਣੇ ਮੁਖ ਤੋਂ ਕਲਾਮ ਪੜ੍ਹ ਰਹੇ ਸੀ? ਉਹ ਤੁਸੀਂ ਝੂਠੇ ਸੀ ਤਾਂ ਵੀ ਤੁਹਾਡਾ ਹੱਥ ਨਹੀਂ ਸੜਿਆ, ਮੈਂ ਸੱਚਾ ਸਾਂ ਤਾਂ ਵੀ ਮੇਰਾ ਹੱਥ ਸੜ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਨੂੰ ਪਤਾ ਨਾ ਹੋਵੇ, ਇਹ ਨਹੀਂ ਕਿ ਜਾਣ ਬੁੱਝ ਕੇ ਝੂਠ ਬੋਲਦਾ ਹੋਵੇ। ਜਾਣ ਬੁੱਝ ਕੇ ਝੂਠ ਬੋਲਣ ਵਾਲੇ ਨੂੰ ਸਤਿਗੁਰੂ ਨਹੀਂ ਬਖਸ਼ਦੇ। ਪਰ ਜੇ ਅਗਿਆਤ ਵਿੱਚ ਸਿੱਖ ਨੂੰ ਨਹੀਂ ਪਤਾ ਤਾਂ ਸਾਧ ਸੰਗਤ ਜੀ ਭਾਵੇਂ ਸਿੱਖ ਝੂਠਾ ਹੈ, ਸਤਿਗੁਰੂ ਜੀ ਸੱਚਾ ਕਰ ਦਿੰਦੇ। ਗਰੀਬ ਨਵਾਜ ਸਤਿਗੁਰੂ ਆਪਣੇ ਸਿੱਖ ਦੀ ਪਿੱਠ ਨਹੀਂ ਲੱਗਣ ਦਿੰਦੇ। ਇਹ ਗੁਰੂ ਘਰ ਦਾ ਦਸਤੂਰ ਹੈ, ਮਰਿਆਦਾ ਹੈ। ਬਸੈ ਸੰਤ ਜਿਸ ਹਿਰਦੈ। ਜਿਸ ਸੰਤ ਦੇ ਹਿਰਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਵਾਸ ਹੁੰਦਾ ਹੈ, ਉਹ ਮੁਸਲਮਾਨ ਸਾਧ ਸੰਗਤ ਜੀ ਗੁਰੂ ਅਰਜਨ ਸਾਹਿਬ ਦਾ ਸਿੱਖ ਹੋ ਗਿਆ ਸੀ। ਉਹਨੂੰ ਸਰਹੰਦ ਤੋਂ ਅੰਮ੍ਰਿਤਸਰ ਸਾਹਿਬ ਲੈ ਕੇ ਆਏ। ਸਤਿਗੁਰੂ ਦਾ ਦੀਦਾਰ ਪਾ ਕੇ ਉਸ ਦੀ ਕਲਿਆਣ ਹੋਈ। ਗਰੀਬ ਨਵਾਜ ਸਤਿਗੁਰੂ ਦੀ ਸਿੱਖੀ ਕਮਾਉਂਦਾ ਹੋਇਆ ਸਾਧ ਸੰਗਤ ਜੀ ਮੋਕਸ਼ ਨੂੰ ਪ੍ਰਾਪਤ ਹੋਇਆ। ਜਿਸ ਸੰਤ ਦੇ ਹਿਰਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਿਵਾਸ ਕਰਦੇ ਹਨ, ਦੁੱਖ ਦਰਿਦਰ ਨਿਵਾਰਨ, ਉਸ ਦੇ ਦੁੱਖ ਤੇ ਉਸ ਦੇ ਦਲਿੱਦਰ ਸਾਧ ਸੰਗਤ ਜੀ ਗਰੀਬੀ ਨੂੰ ਮਹਾਰਾਜ ਨਿਵਾਰ ਦਿੰਦੇ ਆ। ਧਨ ਪਦਾਰਥ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਦਿੰਦੇ ਆ। ਉਸ ਦਾ ਸਾਧ ਸੰਗਤ ਜੀ ਦਲਿੱਦਰ ਚੱਕਿਆ ਜਾਂਦਾ ਹੈ। ਦਲਿੱਦਰ ਨੂੰ ਸਾਧ ਸੰਗਤ ਜੀ ਜੋ ਦਲਿੱਦਰ ਦੇ ਅਖਰੀ ਅਰਥ ਹੁੰਦੇ ਆ ਨਾ, ਉਹ ਸੰਸਾਰੀ ਮਾਇਆ ਤੋਂ ਹੁੰਦੇ ਆ। ਕਿਉਂਕਿ ਜਿਉਂਦਿਆਂ ਤਾਂ ਸੰਸਾਰੀ ਧਨ ਪਦਾਰਥ ਵੀ ਚਾਹੀਦਾ ਹੁੰਦਾ ਨਾ। ਬਸੈ ਸੰਤ ਜਿਸ ਹਿਰਦੈ ਦੁੱਖ ਦਲਿੱਦਰ ਨਿਵਾਰਨ। ਸਤਿਗੁਰੂ ਜੀ ਜਿਸ ਸੰਤ ਦੇ ਹਿਰਦੇ ਵਿੱਚ ਤੁਸੀਂ ਵਸਦੇ ਹੋ, ਉਹਦਾ ਦੁੱਖ ਤੇ ਉਹਦੇ ਦਲਿੱਦਰ ਗਰੀਬੀ ਨੂੰ ਨਿਵਾਰ ਦਿੰਦੇ ਹੋ, ਚੱਕ ਦਿੰਦੇ ਹੋ। ਨਿਰਮਲ ਭੇਖ ਅਪਾਰ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜਿਹੜਾ ਸਵਰੂਪ ਹੈ ਨਾ, ਉਹ ਪਵਿੱਤਰ ਹੈ, ਨਿਰਮਲ ਹੈ। ਗਰੀਬ ਨਵਾਜ ਸਤਿਗੁਰੂ ਉਸ ਦਾ ਪਾਰਾਵਾਰ ਅੰਤ ਨਹੀਂ ਪਾਇਆ ਜਾ ਸਕਦਾ। ਤਾਸ ਬਿਨ ਅਵਰ ਨਾ ਕੋਈ। ਤਾਸ ਵਾਹਿਗੁਰੂ ਤੋਂ ਬਿਨਾ ਕੌਣ ਹੋ ਭਾਵ? ਤੁਸੀਂ ਵਾਹਿਗੁਰੂ ਰੂਪ ਹੋ, ਸੱਚੇ ਪਾਤਸ਼ਾਹ ਨਿਰੰਕਾਰ ਦਾ ਸਰੂਪ ਹੋ। ਮਨ ਬਚ ਜਿਨ ਜਾਣਿਓ। ਮਨ ਕਰਕੇ ਬਚ ਬਾਣੀ ਕਰਕੇ ਜਿਸ ਨੇ ਗੁਰੂ ਅਰਜਨ ਸਾਹਿਬ ਨੂੰ ਵਾਹਿਗੁਰੂ ਕਰਕੇ ਜਾਣਿਆ ਹੈ, ਤੇ ਸਮਸਰ ਸੋਈ। ਉਹ ਵੀ ਸਤਿਗੁਰੂ ਜੀ ਦੇ ਸਮਸਰ ਬਰਾਬਰ ਹੋਇਆ, ਭਾਵ ਮਹਾਰਾਜ ਜੀ ਦੇ ਸਵਰੂਪ ਵਿੱਚ ਅਭੇਦ ਹੋ ਗਿਆ। ਸਾਧ ਸੰਗਤ ਜੀ ਮਨ ਬਾਣੀ ਸਰੀਰ ਕਰਕੇ ਜਿਸ ਨੇ ਸਤਿਗੁਰੂ ਜੀ ਨੂੰ ਪਾਰ ਬ੍ਰਹਮ ਦਾ ਰੂਪ ਕਰਕੇ ਜਾਣਿਆ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਨੂੰ ਅਮਰ ਪਦਵੀ ਬਖਸ਼ਿਸ਼ ਕਰ ਦਿੰਦੇ ਹਨ। ਧਰਨ ਗਗਨ ਨਵਖੰਡ ਮਹਿ। ਹੁਣ ਮਥੁਰਾ ਭੱਟ ਜੀ ਨੇ ਵਾਹਿਗੁਰੂ ਇਸ ਪ੍ਰਕਾਰ ਕਿਹਾ ਹੈ ਕਿ ਇਹ ਜੋ ਧਰਤੀ ਤੋਂ ਲੈ ਕਰਕੇ ਸਾਧ ਸੰਗਤ ਜੀ ਆਕਾਸ਼ ਤੱਕ ਧਰਨ ਗਗਨ ਨਵਖੰਡ ਮਹਿ।
ਧਰਤੀ ਤੇ 9 ਖੰਡਾਂ ਦੇ ਸਾਧ ਸੰਗਤ ਜੀ ਜਿਹੜੇ ਵਿੱਚ ਦੀਪ ਬਣੇ ਹੋਏ ਆ, ਸਮੁੰਦਰਾਂ ਤੱਕ, ਆਕਾਸ਼ ਤੱਕ, ਜੋਤ ਸਭ ਰੂਪੀ ਰਹਿਓ ਭਰ। ਜੋ ਜੋਤੀ ਸਰੂਪ ਪਰਮਾਤਮਾ ਪਰਿਪੂਰਨ ਹੋ ਰਿਹਾ, ਜਿਸ ਦੀ ਜੋਤ ਕਰਕੇ, ਜਿਸ ਦੇ ਪ੍ਰਕਾਸ਼ ਕਰਕੇ ਸਭ ਕੁਝ ਹਰਕਤ ਕਰ ਰਿਹਾ, ਚੱਲ ਰਿਹਾ ਹੈ। ਧਨ ਮਥਰਾ ਕਛ ਭੇਦ ਨਹੀਂ। ਮਥੁਰਾ ਭੱਟ ਜੀ ਭੰਨ ਕਹਿੰਦੇ ਹਨ ਕਿ ਕੋਈ ਸੰਸਾਰ ਦੇ ਜੀਵੋ ਭੇਦ ਤੇ ਫਰਕ ਨਾ ਜਾਣਿਓ। ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪ੍ਰਤੱਖ ਹਰੀ ਦਾ ਸਰੂਪ ਹਨ, ਪ੍ਰਤੱਖ ਸਾਖਸ਼ਾਤ ਜਾਗਦੀ ਜੋਤ ਵਾਹਿਗੁਰੂ ਜੀ ਦਾ ਰੂਪ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਅਜੈ ਗੰਗ ਜਲ ਅਟਲ। ਸਾਧ ਸੰਗਤ ਜੀ ਇਥੋਂ ਸਾਧ ਸੰਗਤ ਜੀ ਹੁਣ ਮਥੁਰਾ ਭੱਟ ਜੀ ਦੇ ਦਾਸ ਨੂੰ ਪਹਿਲਾਂ ਗਲਤੀ ਲੱਗੀ ਸੀ। ਇਹ ਇਥੋਂ ਤੱਕ ਮਥੁਰਾ ਭੱਟ ਜੀ ਦੇ ਸਵਈਏ ਆਏ ਹਨ। ਹੁਣ ਹਰਬੰਸ ਭੱਟ ਜੀ ਦੇ ਸਵਈਏ ਆਉਣਗੇ ਤੇ ਭੋਗ ਪਵੇਗਾ। ਮਥੁਰਾ ਭੱਟ ਜੀ ਕੀ ਕਹਿੰਦੇ ਹਨ, ਦੁਬਾਰਾ ਪੜ੍ਹਿਓ। ਅਜੈ ਗੰਗ ਜਲ ਅਟਲ। ਹਰਬੰਸ ਭੱਟ ਜੀ ਕਹਿੰਦੇ ਨੇ ਕਿ ਜਿਹੜੀ ਗੰਗਾ ਹੈ ਨਾ, ਇਹ ਤਾਂ ਸੰਸਾਰ ਦੇ ਜੀਵਾਂ ਦੇ ਪਾਪ ਦੇ ਮੁਕਤ ਕਰਨ ਵਾਸਤੇ ਕਹੀ ਜਾਂਦੀ ਹੈ, ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਨੇ ਤੇ ਅਜਾਇ ਗੰਗਾ ਪ੍ਰਗਟ ਕਰ ਦਿੱਤੀ, ਜਿਹੜੀ ਸਾਧ ਸੰਗਤ ਜੀ ਨਾਸ਼ ਨਾ ਹੋਵੇ। ਜਿਹੜੀ ਸਨਾਤਨੀ ਮਤ ਵਿੱਚ ਗੰਗਾ ਦਾ ਸਾਧ ਸੰਗਤ ਜੀ ਬੜਾ ਮਹਾਤਮ ਸਮਝਿਆ ਜਾਂਦਾ ਹੈ, ਉਸ ਗੰਗਾ ਦੇ ਵਿੱਚ ਸਾਧ ਸੰਗਤ ਜੀ ਕਈ ਪ੍ਰਕਾਰ ਦੇ ਗੰਦਗੀ ਦੇ ਗਟਰ ਵੀ ਖੁੱਲ੍ਹਦੇ ਆ। ਭਾਵੇਂ ਕਿ ਉਹ ਸ਼ਰਧਾ ਨਾਲ ਇਸ਼ਨਾਨ ਕਰਦੇ ਆ, ਉਸ ਦੇ ਵਿੱਚ ਇਸ਼ਨਾਨ ਕਰਕੇ ਪਾਪਾਂ ਦੀ ਨਿਵਰਤੀ ਮੰਨਦੇ ਆ, ਪਰ ਸਤਿਗੁਰੂ ਜੀ ਨੇ ਜਿਹੜੀ ਗੰਗਾ ਬਾਣੀ ਦੀ ਵਹਾ ਦਿੱਤੀ ਹੈ ਨਾ, ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਾਧ ਸੰਗਤ ਜੀ ਇਹ ਬਾਣੀ ਦੀ ਗੰਗਾ ਸਦਾ ਹੀ ਇੱਕ ਰਸ ਵਹਿ ਰਹੀ ਹੈ। ਅਜੈ ਗੰਗ ਜਲ ਅਟਲ। ਇਹ ਅਟਲ ਹੈ, ਇਹ ਸਦੀਵੀ ਹੈ, ਇਹ ਸਾਧ ਸੰਗਤ ਜੀ ਨਾਸ਼ ਤੋਂ ਰਹਿਤ ਹੈ। ਇਹ ਗੰਗਾ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ, ਜੋ ਸਤਿਗੁਰੂ ਜੀ ਦੇ ਸ੍ਰੀ ਮੁਖ ਤੋਂ ਪ੍ਰਗਟ ਹੋਈ ਹੈ। ਜਿਵੇਂ ਗੰਗਾ ਸਾਧ ਸੰਗਤ ਜੀ ਸ਼ਿਵ ਜੀ ਦੀਆਂ ਜਟਾਂ ਚੋਂ ਪ੍ਰਗਟ ਹੋਈ ਮੰਨੀ ਜਾਂਦੀ ਹੈ, ਇਹ ਗੁਰਬਾਣੀ ਦੀ ਗੰਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸ੍ਰੀ ਮੁਖ ਤੋਂ ਪ੍ਰਗਟ ਹੋਈ ਹੈ। ਇਹ ਗੁਰਬਾਣੀ ਦੀ ਗੰਗਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸ੍ਰੀ ਮੁਖ ਤੋਂ ਪ੍ਰਗਟ ਹੋਈ ਹੈ। ਧੰਨ ਗੁਰੂ ਅਮਰਦਾਸ ਸਾਹਿਬ ਦੇ ਸ੍ਰੀ ਮੁਖ ਤੋਂ ਪ੍ਰਗਟ ਹੋਈ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਦੇ ਸ੍ਰੀ ਮੁਖ ਤੋਂ ਪ੍ਰਗਟ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ੍ਰੀ ਮੁਖ ਤੋਂ ਪ੍ਰਗਟ ਹੋਈ ਹੈ। ਅਜੈ ਗੰਗ ਜਲ ਅਟਲ। ਇਹ ਗੰਗਾ ਦਾ ਜਿਹੜਾ ਜਲ ਹੈ ਨਾ, ਇਹਦੇ ਵਿੱਚ ਸਾਧ ਸੰਗਤ ਜੀ ਨਾਮ ਰੂਪੀ ਜਲ ਹੈ। ਸਤਿਗੁਰੂ ਜੀ ਦੀ ਇਹ ਬਾਣੀ ਰੂਪੀ ਗੰਗਾ ਅਜੈ ਹੈ, ਨਾਸ਼ ਤੋਂ ਰਹਿਤ ਹੈ। ਸਿੱਖ ਸੰਗਤ ਸਭ ਨਹਾਵੇ। ਇਸ ਦੇ ਵਿੱਚ ਹਰਬੰਸ ਭੱਟ ਜੀ ਕਹਿੰਦੇ ਸਿੱਖ ਸੰਗਤਾਂ ਸਭ ਨਹਾ ਰਹੀਆਂ ਨੇ। ਇਸ ਦੇ ਵਿੱਚ ਨਹਾਉਣਾ ਕੀ ਹੈ? ਸਾਧ ਸੰਗਤ ਜੀ ਜਪਜੀ ਸਾਹਿਬ ਦੇ 25-25 ਪਾਠ ਕਰਨੇ, ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਨਿਤਨੇਮ ਕਰਨਾ, ਇਉਂ ਸ੍ਰੀ ਸਹਿਜ ਪਾਠ ਦਾ ਭੋਗ ਪਾਉਣਾ ਮਹੀਨੇ ਦੇ ਵਿੱਚ, 2 ਮਹੀਨੇ ਦੇ ਵਿੱਚ। ਇਸ ਪ੍ਰਕਾਰ ਗੁਰਸਿੱਖਾਂ ਦਾ ਜਿਨ੍ਹਾਂ ਦਾ ਬਹੁਤ ਵਿਹਾਰਾਂ ਵਿੱਚ ਮਨ ਸਾਧ ਸੰਗਤ ਜੀ ਲੱਗਿਆ, ਉਹ ਵੀ ਸਾਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਾਉਂਦੇ ਆ। ਇਹ ਸਾਧ ਸੰਗਤ ਜੀ ਇਸ ਗੰਗਾ ਦੇ ਵਿੱਚ ਇਸ਼ਨਾਨ ਕਰਨਾ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਗੰਗਾ ਵਿੱਚ ਇਸ਼ਨਾਨ ਕਰਨਾ। ਸਿੱਖ ਸੰਗਤ ਸਭ ਨਹਾਵੇ। ਸਿੱਖ ਸੰਗਤਾਂ ਸਭ ਨਹਾਉਂਦੀਆਂ ਨੇ। ਕੋਈ ਕਿਸੇ ਨੂੰ ਇਹ ਥੋੜਾ ਕਿਹਾ ਜਾਂਦਾ ਹੈ ਕਿ ਤੂੰ ਇਸ ਗੰਗਾ ਵਿੱਚ ਨਹਾ ਨਹੀਂ ਸਕਦਾ। ਜਿਹੜਾ ਮਰਜੀ ਇਸ ਗੰਗਾ ਵਿੱਚ ਖੁੱਲਾ ਇਸ਼ਨਾਨ ਕਰੇ, ਸਤਿਗੁਰੂ ਉਹਦੇ ਪਾਪ ਲਾਹ ਦਿੰਦੇ ਹਨ। ਨਿਤ ਪੁਰਾਨ ਬਾਚੀਏ। ਨਿਤਾਪਤੀ ਪੁਰਾਣਾਂ ਨੂੰ ਬਾਚਣ ਵਾਲੇ ਵੀ ਕਹਿੰਦੇ ਆ ਕਿ ਜਿਹੜੀ ਬਾਣੀ ਪੜ੍ਹਿਆ ਸ਼ਾਂਤੀ ਮਿਲਦੀ ਆ, ਉਹ ਕਿਸੇ ਹੋਰ ਧਾਰਮਿਕ ਗ੍ਰੰਥ ਨੂੰ ਸਾਧ ਸੰਗਤ ਜੀ ਪੜ੍ਹਿਆ ਨਹੀਂ ਮਿਲਦੀ। ਭਾਵੇਂ ਕਿ ਸਾਧ ਸੰਗਤ ਜੀ ਸਾਰੇ ਹੀ ਗ੍ਰੰਥ ਸਤਿਕਾਰਯੋਗ ਨੇ, ਕਿਸੇ ਦਾ ਨਰਾਦਰ ਨਹੀਂ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਕਿਹਾ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਪਰ ਸਾਧ ਸੰਗਤ ਜਦੋਂ ਤੁਲਨਾ ਕਰੀਏ ਨਾ, ਫਿਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੋਈ ਵੀ ਸਾਧ ਸੰਗਤ ਜੀ ਨਹੀਂ ਉਤਰਦਾ। ਸਨਾਤਨੀ ਮਤ ਵਾਲੇ ਸਾਧੂ ਮਹਾਂਪੁਰਸ਼ ਜਿਨ੍ਹਾਂ ਨੇ ਵੇਦ ਪੜ੍ਹੇ ਹੈ, 18 ਪੁਰਾण पढ़े है, कहते जब सुखमनी साहिब पढ़ते हैं तो ऐसा आनंद और किसी स्थान से जगह से नहीं प्राप्त होता। साध संगत जी वो अपने मूहों कहते हैं। सच्चे पातशाह महाराज जी की पवित्र बाणी नित प्राण बाची है। जिहड़ा निता प्रति प्राणा नूं बाचण वाले वो कहते हैं जो बाणी नाल शांति आउंदी कितों होर नहीं मिलती है। वेद ब्रह्मा मुख गावे। जो ब्रह्मा जी ने वेदां नूं मुख तो गाया है, 4 वेद प्रगट कीते ने, वो भी ब्रह्मा जी भिखे दे रूप विच आके सतगुरु जी की बाणी नूं गाया है। अजय चवर सिर ढुल्लै। फिर हरबंस भट्ट जी कहते ने अजय चवर सिर ढुल्लै। सच्चे पातशाह महाराज अजैता रूपी चौर आप जी दे सीस ते झूल रहा है। साध संगत जी प्रातन मर्यादा हुंदी सी। सरदार ते वाहिगुरु संत बाबा श्याम सिंह जी महापुरुष जिन्हां ने 70 साल सरंदे नाल सचखंड श्री हरमंदर साहिब कीर्तन कीता है।
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਉੱਪਰ ਸਾਧ ਸੰਗਤ ਜੀ ਦੁਪਹਿਰ ਤੱਕ ਚੌਰ ਲਗਾਤਾਰ ਹੁੰਦੀ ਰਹਿੰਦੀ ਸੀ। ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆਇਆ ਨਾ, ਉਸ ਸਮੇਂ ਇਹ ਚੌਰ ਹੋਣੋਂ ਹਟ ਗਈ। ਫਿਰ ਮਹਾਂਪੁਰਸ਼ਾਂ ਨੇ ਇਕੱਠਿਆਂ ਹੋ ਕਰਕੇ ਬੇਨਤੀ ਕੀਤੀ ਕਿ ਪੁਰਾਤਨ ਮਰਿਆਦਾ ਹੈ, ਇਸ ਕਰਕੇ ਬੇਨਤੀ ਹੈ ਕਿ ਇਸ ਮਰਿਆਦਾ ਨੂੰ ਬਹਾਲ ਕਰ ਦਿਓ। ਫਿਰ ਸਾਧ ਸੰਗਤ ਜੀ ਹੁਣ ਜਦੋਂ ਦੂਸਰਾ ਹੁਕਮਨਾਮਾ ਸਾਹਿਬ ਹੁੰਦਾ ਹੈ ਨਾ, ਉਦੋਂ ਤੱਕ ਸਤਿਗੁਰੂ ਜੀ ਦੇ ਉੱਪਰ ਚੌਰ ਹੁੰਦੀ ਹੀ ਰਹਿੰਦੀ ਹੈ। ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਹੁਣ ਸਿੰਘ ਸਾਹਿਬ ਬੈਠ ਜਾਂਦੇ ਆ ਜਾਂ ਕੋਈ ਸਿੰਘ ਖਲੋਤਾ ਹੋਇਆ ਚੌਰ ਕਰਦਾ ਹੈ। ਇਸ ਪ੍ਰਕਾਰ ਇਹ ਮਰਿਆਦਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਲਗਾਤਾਰ ਚੌਰ ਸਾਹਿਬ ਦੀ ਸੇਵਾ ਹੁੰਦੀ ਸੀ। ਅਜਾ ਚਵਰ ਸਿਰ ਢੁੱਲੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਜਾਤਾ ਰੂਪੀ ਚੌਰ ਆਪ ਜੀ ਦੇ ਸੀਸ ਤੇ ਢੁੱਲ ਰਿਹਾ, ਝੂਲ ਰਿਹਾ ਹੈ। ਆਹ ਚੌਰ ਕੋਈ ਨਾਮ ਹੀ ਕਰੇ ਤੇ ਮਹਾਰਾਜ ਦੀ ਸ਼ੋਭਾ ਕੋਈ ਘਟਣ ਲੱਗੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਅਜਿੱਤ ਹੋ, ਆਪ ਜੀ ਨੂੰ ਕੋਈ ਜਿੱਤਣ ਵਾਲਾ ਨਹੀਂ। ਤਤੀ ਤਵੀ ਨਾ ਤੁਹਾਨੂੰ ਜਿੱਤ ਸਕੀ ਸੱਚੇ ਪਾਤਸ਼ਾਹ, ਅੰਗਿਆਰਾਂ ਵਰਗਾ ਤਤਾ ਰੇਤਾ ਨਾ ਤੁਹਾਨੂੰ ਡਲਾ ਸਕਿਆ। ਆਪ ਜੀ ਦੇ ਸੀਸ ਤੇ ਅਜਾਤਾ ਰੂਪੀ ਜਿਹੜਾ ਚੌਰ ਹੈ ਇਹ ਝੁੱਲ ਰਿਹਾ ਹੈ। ਨਾਮ ਅੰਮ੍ਰਿਤ ਮੁਖ ਲਿਓ, ਕਿਉਂਕਿ ਆਪ ਜੀ ਆਪਣੇ ਮੁਖ ਤੋਂ ਸਦਾ ਹੀ ਅੰਮ੍ਰਿਤ ਵਰਗੇ ਨਾਮ ਨੂੰ ਲੈਂਦੇ ਹੋ। ਆਪਣੇ ਮੁਖ ਤੋਂ ਮਹਾਰਾਜ ਸਦਾ ਹੀ ਨਾਮ ਉਚਾਰਦੇ ਹੋ। ਗੁਰ ਅਰਜਨ ਸਿਰ ਛਤਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਸੀਸ ਦੇ ਉੱਤੇ ਗੁਰਤਾ ਗੱਦੀ ਦਾ ਜੋ ਛਤਰ ਹੈ। ਆਪ ਪਰਮੇਸ਼ਰ ਦਿਓ, ਆਪ ਪਰਮੇਸ਼ਰ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਨੇ ਦੇਣਾ ਕੀਤਾ ਹੈ। ਮਿਲ ਨਾਨਕ ਅੰਗਦ ਅਮਰ ਗੁਰ। ਇਹ ਸਾਧ ਸੰਗਤ ਜੀ ਇਸ ਪ੍ਰਕਾਰ ਹਰਬੰਸ ਭੱਟ ਜੀ ਨੇ ਕਿਹਾ, ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਮਿਲ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰ ਰਾਮਦਾਸ ਹਰ ਪੈ ਗਇਓ। ਇਵੇਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਨਾਲ ਮਿਲ ਕਰਕੇ ਗੁਰਤਾ ਦੇ ਮਾਲਕ ਹੋਏ, ਜੋਤੀ ਜੋਤ ਸਮਾਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਗੁਰਤਾ ਦਾ ਤਖਤ ਬਖਸ਼ਿਸ਼ ਕੀਤਾ ਤੇ ਸਾਧ ਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਅਭੇਦ ਹੋ ਗਏ, ਜਿਸ ਸਮੇਂ ਜੋਤੀ ਜੋਤ ਸਮਾ ਗਏ। ਹਰਬੰਸ ਜਗਤ ਜਸ ਸੰਚਰਿਓ। ਹਰਬੰਸ ਭੱਟ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਆਪ ਜੀ ਦਾ ਪਵਿੱਤਰ ਜਸ ਜਿਹੜਾ ਹੈ ਜਗਤ ਦੇ ਅੰਦਰ ਸੰਚਰਿਓ, ਪ੍ਰਗਟ ਹੋ ਰਿਹਾ, ਫੈਲ ਰਿਹਾ ਹੈ। ਉਹ ਕਵਣ ਕਹੈ ਸ੍ਰੀ ਗੁਰ ਮੋਇਓ। ਹਰਬੰਸ ਭੱਟ ਜੀ ਕਹਿੰਦੇ ਕਿਹੜਾ ਮੁਖ ਹੈ ਜਿਹੜਾ ਸੜ ਜਾਣ ਵਾਲਾ, ਕਹਿੰਦਾ ਗੁਰੂ ਰਾਮਦਾਸ ਸਾਹਿਬ ਜੀ ਮਰ ਗਏ ਹਨ। ਸਾਧ ਸੰਗਤ ਜੀ ਇਹ ਹਰਬੰਸ ਭੱਟ ਜੀ ਨੇ ਐਸੇ ਸ਼ਬਦ ਕਹੇ ਹੈ, ਕਿਉਂਕਿ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜੋ ਮੁਖ ਜਲੋ ਮੁਖ ਜੋ ਕਹੇ ਠਾਕੁਰ ਜੋਨੀ, ਉਹ ਮੁਖ ਸੜ ਜਾਵੇ ਜਿਹੜਾ ਕਹੇ ਕਿ ਗੁਰੂ ਸਾਹਿਬ ਜੀ ਜੋਨੀਆਂ ਵਿੱਚ ਆਉਂਦੇ। ਸਾਧ ਸੰਗਤ ਜੀ ਐਸੀ ਸ਼ਰਧਾ। ਹੁਣ ਜੇ ਕੋਈ ਸੰਸਾਰ ਦੀ ਪੜ੍ਹਾਈ ਪੜ੍ਹਨ ਵਾਲਾ ਉਹ ਕਹੇ ਕਿ ਮਹਾਰਾਜ ਸਾਹਿਬ ਦਾ ਫਿਰ ਜਨਮ ਨਹੀਂ ਹੋਇਆ, ਤੁਸੀਂ ਕੀ ਕਹੀ ਜਾਂਦੇ ਹੋ? ਸਾਧ ਸੰਗਤ ਜੀ ਜੇ ਬਾਣੀ ਨਹੀਂ ਪੜ੍ਹੀ, ਨਾਮ ਨਹੀਂ ਜਪਿਆ, ਉਹਨੂੰ ਸਤਿਗੁਰੂ ਦੇ ਸਰੂਪ ਦਾ ਕੀ ਅਨੁਭਵ ਹੋਵੇ? ਜੇ ਤਾਂ ਜਪਜੀ ਸਾਹਿਬ ਦਾ ਪਾਠ ਨਹੀਂ ਸਿੱਖ ਨੇ ਕਰਨਾ ਤੇ ਸਤਿਗੁਰੂ ਦੇ ਸਰੂਪ ਨੂੰ ਕੀ ਜਾਣੇਗਾ? ਗਰੀਬ ਨਿਵਾਜ ਸਤਿਗੁਰੂ ਦੇ ਸਰੂਪ ਨੂੰ ਤਾਂ ਹੀ ਜਾਣੇ ਨਾ ਜੇ ਆਪ ਬਾਣੀ ਪੜ੍ਹੇ ਤਾਂ। ਹਰਬੰਸ ਭੱਟ ਜੀ ਕਹਿੰਦੇ ਨੇ ਕਵਣ ਸੋ ਕਵਣ ਕਹੈ ਸ੍ਰੀ ਗੁਰ ਮੋਇਓ, ਕੌਣ ਕਹਿੰਦਾ ਕਿ ਗੁਰੂ ਰਾਮਦਾਸ ਸਾਹਿਬ ਜੀ ਮਰ ਗਏ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਤਾਂ ਹਾਜ਼ਰ ਨਾਜ਼ਰ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਹੁਣ ਬਾਣੀ ਪੜ੍ਹਨੀ ਹੋਵੇ ਤੇ ਫਿਰ ਪਤਾ ਲੱਗੇ ਨਾ। ਸਾਧ ਸੰਗਤ ਜੀ ਸਤਿਗੁਰੂ ਸਦਾ ਹਾਜ਼ਰ ਨਾਜ਼ਰ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਦਾ ਹੀ ਸਲਾਮਤ ਹਨ। ਦੇਵਪੁਰੀ ਮਹਿ ਗਇਓ। ਫਿਰ ਭੱਟ ਕਹਿੰਦੇ ਜੇ ਸਤਿਗੁਰੂ ਜੀ ਇਸ ਪ੍ਰਕਾਰ ਸਰੀਰ ਨਹੀਂ ਤਿਆਗਿਆ ਤਾਂ ਫਿਰ ਭੱਟ ਜੀ ਹਰਬੰਸ ਜੀ ਕਿੱਧਰ ਗਏ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ? ਤਾਂ ਅਗਲੇ ਸਵਈਏ ਵਿੱਚ ਕਹਿੰਦੇ ਆ ਦੇਵਪੁਰੀ ਮਹਿ ਗਇਓ। ਸਾਧ ਸੰਗਤ ਜੀ ਦੇਵਤਿਆਂ ਨੂੰ ਨਾ ਦੈਂਤ ਬਹੁਤ ਸਤਾਉਂਦੇ, ਤੇ ਜਿਸ ਸਮੇਂ ਗੁਰੂ ਰਾਮਦਾਸ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਸੀ, ਸਤਿਗੁਰੂ ਨੇ ਗੋਇੰਦਵਾਲ ਸਾਹਿਬ ਦੇ ਅੰਦਰ ਵਾਹਿਗੁਰੂ ਜੀ ਨੇ ਤੇ ਸਮੇਂ ਦੇਵਤਿਆਂ ਨੂੰ ਕਿਹਾ ਕਿ ਸਾਡਾ ਸਤਿਗੁਣ ਰੂਪ ਜਿਹੜਾ ਇਸ ਗੁਰੂ ਰਾਮਦਾਸ ਸਾਹਿਬ ਜੀ ਨਾ ਸਾਡੇ ਸਰੂਪ ਵਿੱਚ ਅਭੇਦ ਹੋਣ ਲੱਗੇ ਆ, ਉਹ ਤੁਹਾਡੇ ਕੋਲ ਆਉਂਦਿਆਂ ਹੋਇਆਂ ਜਿਹੜੇ ਹੋ ਕੇ ਆਉਣਗੇ ਦੇਵਪੁਰੀ ਦੇ ਅੰਦਰੋਂ। ਸਾਧ ਸੰਗਤ ਜੀ ਫਿਰ ਹਰਬੰਸ ਭੱਟ ਜੀ ਇਹੋ ਉਚਾਰਨ ਕਰਦੇ ਆ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਸਵਰਗਾਂ ਦੀ ਪੁਰੀ ਵਿੱਚ ਗਏ ਆ। ਮਹਾਰਾਜ ਸਾਹਿਬ ਜੀ ਦਾ ਉਹ ਸਾਧ ਸੰਗਤ ਜੀ ਉੱਥੇ ਜਾਣਾ ਨਹੀਂ, ਪਰ ਜਦੋਂ ਅਵਸਰ ਜਦੋਂ ਮਰਜ਼ੀ ਚਾਹੇ ਕਿਸੇ ਮਰਜ਼ੀ ਮਹਿਕਮੇ ਨੂੰ ਵੇਖ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੰਦਰ ਇਹ ਇੱਛਾ ਹੋਈ ਕਿ ਅਸੀਂ ਦੇਵਪੁਰੀ ਵਿੱਚ ਜਾਈਏ। ਦੇਵਪੁਰੀ ਮਹਿ ਗਇਓ।
ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇਵਪੁਰੀ ਦੇ ਵਿੱਚ ਗਏ ਹਨ। ਆਪ ਪਰਮੇਸ਼ਵਰ ਭਾਇਓ, ਆਪ ਪਰਮੇਸ਼ਰ ਵਾਹਿਗੁਰੂ ਜੀ ਨੂੰ ਐਸਾ ਪਾਇਆ ਹੈ ਦੇਵਤਿਆਂ ਦੀ ਰੱਖਿਆ ਕਰਨ ਵਾਸਤੇ। ਹਰ ਸਿੰਘਾਸਨ ਦਿਓ, ਸਾਧ ਸੰਗਤ ਜੀ ਅੰਦਰ ਖਲੋ ਗਿਆ ਉੱਠ ਕਰਕੇ ਗੁਰੂ ਰਾਮਦਾਸ ਸਾਹਿਬ ਨੂੰ ਵੇਖ ਕਰਕੇ। ਹਰ ਸਿੰਘਾਸਨ ਦਿਓ, ਇੰਦਰ ਨੇ ਆਪਣਾ ਸਿੰਘਾਸਨ ਛੱਡ ਦਿੱਤਾ, ਹੱਥ ਜੋੜ ਕੇ ਖਲੋ ਗਿਆ। ਸ੍ਰੀ ਗੁਰ ਤਹਿ ਬਿਠਾਇਓ, ਸ੍ਰੀ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਤੇ ਸਥਾਨ ਦੇ ਉੱਤੇ ਬਿਠਾਉਣਾ ਕੀਤਾ। ਰਹਿਸ ਕੀਓ ਸੁਰ ਦੇਵ, ਤੇ ਸੁਰ ਦੇਵਤਿਆਂ ਨੇ ਸਾਧ ਸੰਗਤ ਜੀ ਖੁਸ਼ੀ ਮਨਾਈ ਸਤਿਗੁਰੂ ਦੇ ਦਰਸ਼ਨ ਪਾ ਕਰਕੇ। ਉਹੇ ਜਸ ਜੈ ਜੈ ਜੰਪੇ, ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਜਸ ਜਿਹੜਾ ਇਹਨਾਂ ਸੰਸਾਰ ਦੇ ਵਿੱਚ ਜੇ ਜੈ ਜੈਕਾਰ ਦੀ ਧੁਨ ਹੋ ਰਹੀ ਹੈ ਤੇ ਤੋਹੇ ਜਸ ਜੈ ਜੈ ਜੰਪੇ। ਅੱਜ ਸੁਰਗਪੁਰੀ ਵੀ ਤੁਹਾਡੇ ਨਾਮ ਦੀ ਜੈ ਜੈਕਾਰ ਦੀ ਧੁਨ ਵਿੱਚ ਗੂੰਜ ਉੱਠੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਨਾਮ ਦੀ ਜੈ ਜੈਕਾਰ ਦੀ ਧੁਨ ਲੱਗੀ ਹੈ। ਸੁਰ ਗਏ ਤੇ ਭਾਗ, ਸਾਧ ਸੰਗਤ ਜੀ ਦੇਵਤਿਆਂ ਨਾਲ ਲੜਨਾ ਕੀ ਸੀ? ਗੁਰੂ ਰਾਮਦਾਸ ਸਾਹਿਬ ਨੂੰ ਤਖਤ ਤੇ ਬੈਠਿਆਂ ਵੇਖ ਕੇ ਅਸਰ ਗਏ ਤੇ ਭਾਗ। ਜਿਹੜੇ ਸਾਰੇ ਦੈਨ ਸੀ ਨਾ ਉਹ ਭਾਗ ਭੱਜ ਹੀ ਗਏ ਸੱਚੇ ਪਾਤਸ਼ਾਹ ਦਾ ਪ੍ਰਤਾਪ ਵੇਖ ਕਰਕੇ। ਪਾਪ ਤਿਨ ਭੀਤਰ ਕੰਪੇ, ਉਹਨਾਂ ਦੇ ਅੰਦਰ ਸਾਧ ਸੰਗਤ ਜੀ ਪਾਪ ਜਿਹੜੇ ਸੀ ਉਹ ਕੰਬਣ ਲੱਗ ਪਏ। ਕਾਟੇ ਸੋ ਪਾਪ ਤਿਨ ਨਰ ਹੋ ਕੇ, ਤਿੰਨਾਂ ਨਰਾਂ ਦੇ ਮਨੁੱਖਾਂ ਦੇ ਪਾਪ ਸਤਿਗੁਰੂ ਜੀ ਆਪ ਜੀ ਨੇ ਕੱਟ ਦਿੱਤੇ। ਗੁਰ ਰਾਮਦਾਸ ਜਿਨ ਪਾਇਓ, ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਧਾਰਨ ਕਰ ਲਿਆ, ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਵਰਗਾ ਸਮਰੱਥ ਗੁਰੂ ਪਾਇਆ। ਕਾਟੇ ਸੋ ਪਾਪ ਤਿਨ ਨਰ ਹੋ ਗਏ, ਉਹਨਾਂ ਨਰਾਂ ਦੇ ਉਹਨਾਂ ਜੀਵਾਂ ਦੇ ਸਾਧ ਸੰਗਤ ਜੀ ਪਾਪ ਕੱਟੇ ਗਏ। ਅੰਤਰੀਵ ਅਰਥ ਹੋਰ ਵੀ ਹਨ ਪਰ ਸਾਧ ਸੰਗਤ ਜੀ ਹੁਣ ਸਮਾਂ ਨਹੀਂ ਆਗਿਆ ਦਿੰਦਾ, ਇਸ ਕਰਕੇ 10 ਮਿੰਟ ਵਿੱਚ ਸਾਧ ਸੰਗਤ ਜੀ ਆਪ ਨਾਲ ਕੁਝ ਹੋਰ ਬੇਨਤੀਆਂ ਸਾਂਝੀਆਂ ਕਰਕੇ ਫਿਰ ਸਮਾਪਤੀ ਕਰਾਂਗੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਕਾਟੇ ਸੋ ਪਾਪ ਤਿਨ ਨਰ ਹੋ ਕੇ, ਗੁਰ ਰਾਮਦਾਸ ਜਿਨ ਪਾਇਓ। ਇਹ ਅਖੀਰਲਾ ਸਵਈਆ ਏ। ਹਰਬੰਸ ਭੱਟ ਜੀ ਕਹਿੰਦੇ ਸੱਚੇ ਪਾਤਸ਼ਾਹ ਉਹਨਾਂ ਦੇ ਪਾਪ ਕੱਟੇ ਗਏ ਜਿਨ੍ਹਾਂ ਨੇ ਆਪ ਜੀ ਨੂੰ ਤਨ ਮਨ ਕਰਕੇ ਗੁਰੂ ਧਾਰਨ ਕਰ ਲਿਆ। ਛਤਰ ਸਿੰਘਾਸਨ ਪ੍ਰਥਮੀ, ਇਹ ਗੁਰਤਾ ਗੱਦੀ ਦਾ ਛਤਰ ਤੇ ਗੁਰਤਾ ਦਾ ਸਿੰਘਾਸਨ ਜਿਹੜਾ ਸੀ ਪ੍ਰਥਵੀ ਦੇ ਉੱਤੇ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਪਹਿਲੇ ਸਰੂਪ ਵਿੱਚ ਪ੍ਰਗਟ ਕੀਤਾ। ਗੁਰ ਅਰਜਨ ਕੋ ਦੇ ਆਇਓ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੇ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ। ਇਹ ਸਾਧ ਸੰਗਤ ਜੀ ਛਤਰ ਸਿੰਘਾਸਨ ਪ੍ਰਥਮੀ, ਕੇਵਲ ਪ੍ਰਥਵੀ ਦੇ ਉੱਤੇ ਛਤਰ ਸਿੰਘਾਸਨ ਹੈ ਤੇ ਉਹ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ ਹੈ ਜੋ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਪ੍ਰਾਪਤ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਸਿੰਘਾਸਣ ਦੇ ਮਾਲਕ ਹੋਏ। ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਗੁਰੂ ਅਮਰਦਾਸ ਸਾਹਿਬ ਜੀ ਇਸ ਸਿੰਘਾਸਣ ਦੇ ਮਾਲਕ ਹੋਏ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਰਾਮਦਾਸ ਸਾਹਿਬ ਜੀ ਇਸ ਛਤਰ ਸਿੰਘਾਸਣ ਦੇ ਮਾਲਕ ਹੋਏ। ਗੁਰੂ ਰਾਮਦਾਸ ਸਾਹਿਬ ਮਹਾਰਾਜ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਤਖਤ ਦੇ ਮਾਲਕ ਹੋਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਮੀਰੀ ਪੀਰੀ ਦੇ ਮਾਲਕ ਧਰਮਵੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਖਤ ਦੇ ਮਾਲਕ ਹੋਏ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਇਸ ਤਖਤ ਦੇ ਮਾਲਕ ਹੋਏ। ਗੁਰੂ ਹਰਿਰਾਏ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵਰਸੋਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵਰਸੋਏ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੋਂ ਸਰਬੰਸਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪੰਥਵਾਲੀ ਸਤਿਗੁਰੂ ਜੀ ਵਰਸੋਏ ਤੇ ਪੰਥਵਾਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਇਹ ਛਤਰ ਸਿੰਘਾਸਨ ਪ੍ਰਥਮੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਸੋਏ ਜੋ ਸਦਾ ਹੀ ਜੁਗੋ ਇਹ ਛਤਰ ਸਿੰਘਾਸਨ ਪ੍ਰਥਮੀ ਸਾਧ ਸੰਗਤ ਜੀ ਸਦਾ ਜੁਗੋ ਜੁਗ ਅਟਲ ਹੈ। ਸਰੀਰ ਮਰ ਜਾਂਦੇ ਹੈ, ਸਰੀਰ ਖਤਮ ਹੋ ਜਾਂਦੇ ਹੈ। ਸਾਧ ਸੰਗਤ ਜੀ ਸਤਿਗੁਰੂ ਦੀ ਗੁਰਤਾ ਗੱਦੀ ਕਦੇ ਖਤਮ ਨਹੀਂ ਹੋਣ ਵਾਲੀ। ਗਰੀਬ ਨੂੰ ਦਾਸ ਨੂੰ ਸੇਵਾ ਬਖਸ਼ਿਸ਼ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਸ਼ੀਸ਼ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਇਹ ਸਾਧ ਸੰਗਤ ਜੀ ਸੇਵਾ ਲਈ। ਸਰੀਰ ਸਾਧ ਸੰਗਤ ਜੀ ਆਖਰ ਸਰੀਰ ਹੈ ਕਿਉਂਕਿ ਮਹਾਰਾਜ ਸਾਹਿਬ ਜੀ ਦੀ ਬਾਣੀ ਨਹੀਂ ਕਹਿੰਦੀ ਹੈ ਜੇ ਕੋਈ ਕਹੇ ਨਾ ਮੈਂ ਭੁੱਲ ਨਹੀਂ ਕਰ ਸਕਦਾ ਉਹ ਤਾਂ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਹਨ ਤੇ ਗੁਰੂ ਸਾਹਿਬ ਜੀ ਦੇ ਬਰਾਬਰ ਕੌਣ ਹੋ ਸਕਦਾ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਇੱਕ ਵਾਹਿਗੁਰੂ ਜੀ ਹਨ ਤੇ ਗੁਰੂ ਸਾਹਿਬ ਜੀ ਹਨ ਜੋ ਭੁੱਲ ਨਹੀਂ ਕਰ ਸਕਦੇ। ਜੇ ਤਾਂ ਦਾਸ ਹੁਣ ਇਹ ਕਹੇ ਕਿ ਮੇਰੀਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ, ਭਾਵ ਹੋਈਆਂ ਭੁੱਲਾਂ ਕੀ ਸਾਧ ਸੰਗਤ ਜੀ ਹੋਈਆਂ ਭੁੱਲਾਂ ਹੁੰਦੀਆਂ, ਭਾਵ ਉਹਦੇ ਵਿੱਚ ਸ਼ੱਕ ਹੁੰਦਾ ਹੈ ਕਿ ਭਾਵੇਂ ਨਾ ਹੋਈਆਂ ਹੋਣ, ਬੇਅੰਤੀ ਭੁੱਲਾਂ ਹੋਈਆਂ ਕਿਉਂਕਿ ਗਲਤੀਆਂ ਦਾ ਪੁਤਲਾ ਹੈ ਸਾਧ ਸੰਗਤ ਜੀ ਇਹ ਸਰੀਰ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਜਿਹੜਾ ਨਾ
ਉਹ ਸਦਾ ਹੀ ਸਾਡੀ ਅਗਵਾਈ ਕਰਦਾ ਹੈ। ਕਦੇ ਵੀ ਦਾਸ ਦੀਆਂ ਭੁੱਲਾਂ ਨਾ ਚਿਤਾਰਨੀਆਂ। ਗਾਹੇ ਅਬਗਾਹੇ ਜੇ ਕਿਸੇ ਦਾ ਮਨ ਦੁਖਾਇਆ ਗਿਆ ਹੋਵੇ ਤਾਂ ਦੋਵੇਂ ਹੱਥ ਜੋੜ ਸਾਧ ਸੰਗਤ ਦੀ ਮਾਫੀ ਬਖਸ਼ਣੀ। ਗਰੀਬ ਨਵਾਜ ਸਤਿਗੁਰੂ ਦੇ ਦਰ ਦਾ ਕੂਕਰ ਜਾਣ ਕੇ ਬਖਸ਼ ਲੈਣਾ। ਸਤਿਗੁਰੂ ਜੀ ਦੇ ਦਰੋਂ ਘਰੋਂ ਇਹ ਅਸੀਸ ਦੇਣੀ ਕਿ ਸਦਾ ਹੀ ਚੜ੍ਹਦੀ ਕਲਾ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੀਏ। ਇਹ ਗੁਰਬਾਣੀ ਦੀ ਧੁਰ ਕੀ ਬਾਣੀ ਦੀ ਜੋ ਕਥਾ ਸੰਪਰਦਾ ਦੇ ਵਿੱਚੋਂ ਸਾਧ ਸੰਗਤ ਜੀ ਬਖਸ਼ਿਸ਼ ਹੋਈ ਹੈ। ਇਹੋ ਜੀ ਹਾਲਤ ਸੀ ਸਾਧ ਸੰਗਤ ਜੀ ਜੇ ਸੰਪਰਦਾਇ ਦਾ ਬਚਨ ਕਹਾਂ। ਜਿਸ ਦਮਦਮੀ ਟਕਸਾਲ ਜੋ ਸਰਵਾਰ ਜਥੇਬੰਦੀ ਹੈ ਸਿੱਖ ਕੌਮ ਦੀ, ਜੇ ਰੀੜ ਦੀ ਹੱਡੀ ਵੀ ਕਹਿ ਲਵਾਂ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ। ਗੁਰੂ ਪਿਆਰੀ ਸਾਧ ਸੰਗਤ ਜੀ ਰੁਲਦਿਆਂ ਫਿਰਦਿਆਂ ਨੂੰ ਸਾਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਟਕਸਾਲ ਦਾ ਅਰਥ ਹੀ ਹੁੰਦਾ ਹੈ ਜਿਹਦੇ ਵਿੱਚ ਖੋਟਾ ਸਿੱਕਿਆ ਘੜਿਆ ਜਾਂਦਾ ਹੈ। ਨਾ ਸਾਨੂੰ ਘਰ ਵਾਲੇ ਝੱਲਦੇ ਸੀ ਤੇ ਨਾ ਸਮਾਜ ਝੱਲਦਾ ਸੀ। ਤੇ ਸਾਧ ਸੰਗਤ ਜੀ ਘਰੋਂ ਕੋਈ ਸਾਨੂੰ ਪੈਸੇ ਨਹੀਂ ਸੀ ਪ੍ਰਾਪਤ ਹੁੰਦੇ ਕਿ ਅਸੀਂ ਉਹ ਖਰਚਾ ਦੇ ਕੇ ਵਿਦਿਆ ਪੜ੍ਹਦੇ ਸਾਂ। ਸਗੋਂ ਉੱਥੋਂ ਹੀ ਚੋਲੇ ਮਿਲਦੇ ਸੀ ਪਾਉਣ ਵਾਸਤੇ। 6 ਮਹੀਨੇ ਬਾਅਦ ਜੋੜਾ ਮਿਲਿਆ ਕਰਦਾ ਸੀ ਤੇ ਜੋੜਾ ਮਿਲਿਆ ਕਰਦਾ ਸੀ 6 ਮਹੀਨੇ ਬਾਅਦ ਕਿਉਂ ਕਿਰਿਆ ਮਿਲਦੀ ਸੀ। ਹਫ਼ਤੇ ਬਾਅਦ ਸਾਬਣ ਤੇਲ ਵੰਡਿਆ ਜਾਂਦਾ ਹੁੰਦਾ ਸੀ। ਹਫ਼ਤੇ ਤੋਂ ਪਹਿਲਾਂ ਕੋਈ ਸਾਬਣ ਤੇਲ ਨਹੀਂ ਸੀ ਲੈ ਸਕਦਾ। ਇਉਂ ਨਿਯਮਾਂ ਦੇ ਵਿੱਚ ਰਹਿ ਕੇ ਫਿਰ 2 ਘੰਟੇ ਹਰੇਕ ਵਿਦਿਆਰਥੀ ਨੂੰ ਸੇਵਾ ਵੀ ਕਰਨੀ ਪੈਂਦੀ ਸੀ। ਸਤਿਗੁਰੂ ਜੀ ਦੀ ਕਿਰਪਾ ਨਾਲ ਸਾਧ ਸੰਗਤ ਜੀ ਉੱਥੇ ਜਿਹੜਾ ਸੀ ਉਹ ਮਸਤਕ ਤੇ ਮਹਾਰਾਜ ਨੇ ਭਾਗ ਪਾ ਦਿੱਤਾ ਸੀ ਸਤਿਪੁਰਸ਼ਾਂ ਦੀ ਸੇਵਾ ਦਾ। ਮਹਾਂਪੁਰਸ਼ਾਂ ਦੀ ਸੇਵਾ ਕਰਕੇ ਸਾਧ ਸੰਗਤ ਜੀ ਇਹ ਬ੍ਰਹਮ ਵਿਦਿਆ ਦੀ ਦਾਤ ਪ੍ਰਾਪਤ ਹੋਈ। ਬ੍ਰਹਮ ਵਿਦਿਆ ਦੀ ਦਾਤ ਜਿਸ ਸਮੇਂ ਸੰਪੂਰਨ ਹੋਈ ਤੇ ਮਹਾਂਪੁਰਖਾਂ ਨੇ ਕਿਹਾ ਭਜੰਗੀਆ ਕੁਝ ਸਮਾਂ ਹਜੂਰ ਸਾਹਿਬ ਲਾ ਲੈ। ਫਿਰ ਸਤਿਗੁਰੂ ਜੀ ਦੀ ਕਿਰਪਾ ਨਾਲ ਸਾਧ ਸੰਗਤ ਜੀ ਉੱਥੇ ਜਿਹੜੀ ਵਿਦਿਆ ਸੀ ਸਤਿਗੁਰੂ ਜੀ ਦੀ ਕਿਰਪਾ ਨਾਲ ਸ਼੍ਰੀ ਦਸਮ ਗ੍ਰੰਥ ਦੀ ਵਿਦਿਆ, ਹੋਰ ਸਾਧ ਸੰਗਤ ਜੀ ਧਾਰਮਿਕ ਗ੍ਰੰਥ ਪੜ੍ਹਨ ਦਾ ਮੌਕਾ ਮਿਲਿਆ। ਸਤਿਗੁਰੂ ਨੇ ਬੜੀ ਰਹਿਮਤ ਬਖਸ਼ਿਸ਼ ਕੀਤੀ। ਜੇ ਸਤਿਗੁਰੂ ਜੀ ਦੇ ਕਹੇ ਹੋਏ ਸ਼ਬਦ ਪੜ੍ਹੀਏ ਤੇ ਸਾਡੇ ਤੇ ਸਾਧ ਸੰਗਤ ਜੀ ਪੂਰੇ ਐਨ ਟੁਕਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸੱਚੇ ਪਾਤਸ਼ਾਹ ਮਹਾਰਾਜ ਦੇ ਕਹੇ ਹੋਏ ਸ਼ਬਦ ਸਾਧ ਸੰਗਤ ਜੀ ਪੂਰਨ ਟੁਕਦੇ ਆ ਕਿਉਂਕਿ ਰੁਲਦੇ ਫਿਰਦੇ ਸਾਂ ਸਤਿਗੁਰੂ ਨੇ ਆਪਣੀ ਉਹ ਸੰਪਰਦਾ ਦੇ ਵਿੱਚ ਬਖਸ਼ਿਸ਼ ਕਰਕੇ ਸਮਾਂ ਬਖਸ਼ਿਸ਼ ਕੀਤਾ। ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕੀਤੀ। ਸਾਧ ਸੰਗਤ ਜੀ ਇਸ ਵਿਦਿਆ ਤੋਂ ਬਿਨਾਂ ਇਹ ਨਹੀਂ ਹੁਣ ਕਿ ਮਨ ਵਿੱਚ ਸਮਝਣਾ ਕਿ ਜਿਹਨੇ ਪੜ੍ਹੀ ਹੋਏ ਉਹ ਹੰਕਾਰ ਸਹਿਤ ਕਹਿੰਦੇ ਆ। ਨਹੀਂ ਸਾਧ ਸੰਗਤ ਜੀ ਇਸ ਵਿਦਿਆ ਤੋਂ ਬਿਨਾਂ ਮਨੁੱਖ ਅਧੂਰਾ ਹੀ ਹੁੰਦਾ ਹੈ। ਇਸ ਵਿਦਿਆ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਤੇ ਗੁਰੂ ਸਾਹਿਬ ਨੇ ਇਹ ਵਿਦਿਆ ਸਾਧ ਸੰਗਤ ਜੀ ਕਿਸੇ ਹੋਰ ਵਾਸਤੇ ਨਹੀਂ, ਭਾਵੇਂ ਕਿ ਸੰਸਾਰ ਵਿੱਚ ਕੋਈ ਵੀ ਪ੍ਰਾਪਤ ਕਰੇ, ਪਰ ਮਹਾਰਾਜ ਨੇ ਆਪਣੇ ਸਿੱਖਾਂ ਵਾਸਤੇ ਬਖਸ਼ਿਸ਼ ਕੀਤੀ। ਕਾਂਸ਼ੀ ਵਿੱਚ ਜਾ ਕੇ ਕਿੱਥੇ ਪੜ੍ਹਦੇ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਨਾ ਲਿਖਣਸਰ ਸਰੋਵਰ ਵਿੱਚ ਪਾ ਕੇ ਜਿਸ ਕਲਮਾਂ ਦੇ ਨਾਲ ਭਾਈ ਮਨੀ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਸੀ, ਜਿਸ ਜਿਹੜੀ ਸੀ ਦਵਾਤ ਸਿਆਹੀ ਸੀ ਜਿਸ ਨੂੰ ਤਿਆਰ ਕੀਤਾ ਸੀ ਬਾਬਾ ਦੀਪ ਸਿੰਘ ਸਾਹਿਬ ਨੇ, ਉਹ ਜੋ ਵਧੀ ਹੋਈ ਸਿਆਹੀ ਕਲਮਾਂ ਵਧੀਆਂ ਹੋਈਆਂ ਸੱਚੇ ਪਾਤਸ਼ਾਹ ਨੇ ਉਸ ਸਰੋਵਰ ਵਿੱਚ ਪਾ ਦਿੱਤੀਆਂ ਤੇ ਗਰੀਬ ਨਵਾਜ ਨੇ ਵਰ ਦਿੱਤਾ ਇਹਦਾ ਨਾਮ ਲਿਖਣਸਰ ਸਾਹਿਬ ਹੋਵੇਗਾ। ਲਿਖਣਸਰ ਸਾਹਿਬ ਜਿਹੜਾ ਇੱਥੇ ਬੈਰ ਬੁੱਧੀ ਵਾਲਾ ਵੀ ਆ ਕੇ ਪੜ੍ਹੇਗਾ ਉਹਨੂੰ ਬ੍ਰਹਮ ਵਿਦਿਆ ਪ੍ਰਾਪਤ ਹੋਵੇਗੀ। ਹੁਣ ਅਸੀਂ ਸਿੱਖ ਹੋ ਕੇ ਸਾਧ ਸੰਗਤ ਜੀ ਜੇ ਆਪ ਨਹੀਂ ਪ੍ਰਾਪਤ ਕੀਤੀ ਤਾਂ ਯਤਨਸ਼ੀਲ ਹੋਣਾ ਚਾਹੀਦਾ ਕਿ ਸਾਡੇ ਬੱਚੇ ਹੀ ਪ੍ਰਾਪਤ ਕਰਨ। ਜਿਹੜੀ ਉਹ ਟਕਸਾਲ ਸਤਿਗੁਰੂ ਜੀ ਨੇ ਸਾਜੀ, ਗਰੀਬ ਨਵਾਜ ਸਤਿਗੁਰੂ ਨੇ ਸਾਧ ਸੰਗਤ ਜੀ ਕਿਸੇ ਇਮਾਰਤ ਨੂੰ ਨਹੀਂ ਟਕਸਾਲ ਕਿਹਾ। ਬਾਬਾ ਦੀਪ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਰਹਿ ਕੇ ਵਿਦਿਆ ਪੜ੍ਹਾਈ ਤੇ ਨਾਮ ਦਮਦਮੀ ਟਕਸਾਲ ਪੈ ਗਏ। ਜੇ ਮਹਾਂਪੁਰਖ ਸਮੇਂ ਅਨੁਸਾਰ ਆਪਣਾ ਸਾਧ ਸੰਗਤ ਜੀ ਕੋਈ ਨਾ ਕੋਈ ਗਤੀਵਿਧੀਆਂ ਚਲਾਉਣ ਵਾਸਤੇ ਹੈਡਕੁਆਟਰ ਤਾਂ ਰੱਖਣਾ ਪੈਂਦਾ, ਪਰ ਮਹਾਂਪੁਰਖ ਵਿਚਰ ਕੇ ਹੀ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ। ਜਿੱਥੇ ਵੀ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਪ੍ਰਚਾਰ ਕਰਦੇ ਆ, ਜਾਣੋ ਕਿ ਟਕਸਾਲ ਉੱਥੇ ਹੀ ਬਣ ਜਾਂਦੀ ਹੈ। ਜਿਵੇਂ ਦਾਸ ਦੇ ਇੱਥੇ ਆਉਣ ਕਰਕੇ ਫਿਰ ਸਾਧ ਸੰਗਤ ਜੀ ਗੁਰਮੁਖਾਂ ਨੇ, ਬੀਬੀਆਂ ਨੇ, ਭੈਣਾਂ ਨੇ ਸਤਿਗੁਰੂ ਜੀ ਦੀ ਪਵਿੱਤਰ ਧੁਰ ਕੀ ਬਾਣੀ ਦੀ ਸੁੱਧ ਸੰਥਿਆ ਕੀਤੀ। ਵਡਭਾਗੀ ਹਨ ਉਹ ਜਿਨ੍ਹਾਂ ਨੇ ਇਸ ਮਹਾਨ ਸਮੁੰਦਰ ਨੂੰ ਤਰਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਸ਼ਨ ਕਰਨਾ ਕੇਵਲ ਰਮਾਲੇ ਸਾਹਿਬਾਂ ਦੇ ਵਿੱਚ ਦਰਸ਼ਨ ਕਰ ਲੈਣਾ ਦਰਸ਼ਨ ਨਹੀਂ ਹੈ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਤਿਗੁਰੂ ਜੀ ਦੀ ਬਾਣੀ ਪੜ੍ਹ ਲੈਣੀ ਦਰਸ਼ਨ ਹੈ ਸਾਧ ਸੰਗਤ ਜੀ, ਜਾਂ ਸੁਣ ਲੈਣੀ, ਇਹ ਸਤਿਗੁਰੂ ਜੀ ਦਾ ਦਰਸ਼ਨ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਜਿਸ ਦਰਸ਼ਨ ਪਾਇਆ ਉਹ ਸਾਧ ਸੰਗਤ ਜੀ ਦੁਨੀਆ ਵਿੱਚ ਨਹੀਂ ਭਟਕ ਸਕਦਾ। ਇਹ ਸਤਿਗੁਰੂ ਜੀ ਆਪਣੇ ਸ਼੍ਰੀ ਮੁਖ ਤੋਂ ਕਹਿੰਦੇ ਆ। ਇਸੇ ਕਰਕੇ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਜਿਹੜੀ ਸੀ ਸਤਿਗੁਰੂ ਜੀ ਨੇ ਸੰਸਾਰ ਦੇ ਉੱਤੇ ਆਪਣੇ ਸਿੱਖਾਂ ਦੇ ਉੱਤੇ ਕੀਤੀ ਤੇ ਗਰੀਬ ਨਵਾਜ ਸਤਿਗੁਰੂ ਨੇ ਮਹਾਨ ਬਖਸ਼ਿਸ਼ਾਂ ਵੰਡੀਆਂ।
ਸਾਧ ਸੰਗਤ ਜੀ ਉਸ ਬਖਸ਼ਿਸ਼ ਦੇ ਸਮੁੰਦਰ ਵਿੱਚੋਂ ਇੱਕ ਬੂੰਦ ਲੈ ਕਰਕੇ ਦਾਸ ਵਿਚਰਿਆ। ਵਡਭਾਗ ਹੋਏ, ਆਪ ਸੰਗਤਾਂ ਦਾ ਪਿਆਰ ਹੋਇਆ। ਦਾਸ ਹੁਣ ਸੰਗਤ ਵਿੱਚੋਂ ਕਿਸੇ ਦਾ ਨਾਂ ਲਵੇ ਤਾਂ ਸਾਧ ਸੰਗਤ ਜੀ ਦੂਸਰਾ ਸਿੰਘ ਕਹੇਗਾ ਕਿ ਮੇਰੇ ਨਾਲ ਘੱਟ ਪਿਆਰ ਹੈ, ਮੇਰੇ ਨਾਲ ਤਾਂ ਬਹੁਤ ਪਿਆਰ ਕੀਤਾ ਸਭ ਨੇ, ਇੰਨਾ ਪਿਆਰ ਕੀਤਾ ਕਿ ਮੈਂ ਉਸਦੇ ਯੋਗ ਵੀ ਨਹੀਂ ਸਾਂ, ਬਹੁਤ ਪਿਆਰ ਦਿੱਤਾ ਹੈ। ਇਹ ਸ਼ਬਦਾਂ ਨਾਲ ਵੀ ਦਾਸ ਨਹੀਂ ਕਹਿ ਸਕਦਾ, ਦਿਲੀ ਪਿਆਰ ਕਰਦੇ ਆ ਸਾਰੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੰਨੀ ਕਿਰਪਾ ਹੈ, ਜੇ ਚੰਦ ਗੁਰਮੁਖਾਂ ਨੇ ਨਾਰਾਜ਼ਗੀ ਕੋਈ ਕੀਤੀ ਹੈ ਤੇ ਸਾਧ ਸੰਗਤ ਜੀ ਦਾਸ ਦਾ ਉਹਨਾਂ ਤੋਂ ਵੀ ਦਿਲ ਕੋਈ ਖਫੇ ਨਹੀਂ ਹੈ। ਮਹਾਰਾਜ ਸਮਤ ਬਖਸ਼ਣ, ਕਿਉਂਕਿ ਜਿਹੜੀ ਸਟੇਜ ਤੇ ਸਾਨੂੰ ਮਹਾਂਪੁਰਖਾਂ ਪਹੁੰਚਾਇਆ, ਅਸੀਂ ਇੱਥੇ ਪਹੁੰਚ ਕੇ ਈਰਖਾ ਕਰਦੇ ਚੰਗੇ ਨਹੀਂ ਲੱਗਦੇ, ਸਾਨੂੰ ਈਰਖਾ ਕਰਨੀ ਨਹੀਂ ਸਿਖਾਈ। ਇਸ ਕਰਕੇ ਮਹਾਰਾਜ ਤੋਂ ਜੋਦੜੀ ਕਰਕੇ ਹੀ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਮਹਾਰਾਜ ਸਦਾ ਹੀ ਇਸ ਤੋਂ ਬਚਾਈ ਰੱਖਿਓ ਤੇ ਤੁਸਾਂ ਇਹ ਅਸੀਸ ਦੇਣੀ ਕਿ ਚੜ੍ਹਦੀ ਕਲਾ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੀਏ। ਜਿੰਨੇ ਸਵਾਸ ਹਨ ਸਤਿਗੁਰੂ ਜੀ ਦੀ ਸਿੱਖੀ ਦੀ ਸੇਵਾ ਕਰਦਿਆਂ ਹੋਏ ਲਿਖੇ ਲੱਗਣ। ਗਰੀਬ ਨਵਾਜ ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨ। ਧੁਰ ਕੀ ਬਾਣੀ ਦੀ ਕਥਾ ਸਾਧ ਸੰਗਤ ਜੀ ਇਵੇਂ ਹੀ ਨਿਰੋਲ ਕਰਦੇ ਰਹੀਏ, ਕਿਉਂਕਿ ਜਿਹੜੀ ਇਹ ਸਾਧ ਸੰਗਤ ਜੀ ਨਿਰੋਲਤਾਈ ਸੰਪਰਦਾਇ ਵਿੱਚੋਂ ਪ੍ਰਾਪਤ ਹੋਈ ਹੈ ਨਾ, ਉਹ ਸਾਧ ਸੰਗਤ ਜੀ ਅੱਜ ਕੱਲ੍ਹ ਇਹ ਰੁਝਾਨ ਬਹੁਤ ਘਟਦਾ ਮੁੱਕਦਾ ਹੀ ਜਾ ਰਿਹਾ ਹੈ। ਕਿਸੇ ਇੱਕ ਪੰਕਤੀ ਨੂੰ ਲੈ ਕਰਕੇ ਉਹਦਾ ਵਿਸਥਾਰ 4-4 ਘੰਟੇ ਕਰ ਦੇਣਾ ਸਾਧ ਸੰਗਤ ਜੀ ਇਹ ਵਿਦਵਤਾ ਨਹੀਂ ਹੁੰਦੀ, ਪਰ ਕਰਨ ਦੇ ਵਿੱਚ ਰਹਿ ਕਰਕੇ ਸਿਧਾਂਤ ਨੂੰ ਸਪਸ਼ਟ ਕਰਨਾ ਤੇ ਉਹਦੇ ਵਿੱਚੇ ਹੀ ਰਹਿਣਾ, ਤਾਂ ਹੀ ਸਰੋਤੇ ਦੇ ਸਾਧ ਸੰਗਤ ਜੀ ਕੁਝ ਪੱਲੇ ਪੈਂਦਾ। ਜੋ ਮਹਾਂਪੁਰਖਾਂ ਨੇ ਪੜ੍ਹਾਇਆ ਸੀ ਕਿ ਸਰੋਤੇ ਦੇ 14 ਗੁਣ ਹੁੰਦੇ ਆ ਤਾਂ ਸਰੋਤਾ ਬਣਦਾ ਹੈ, ਤੇ ਭਗਤੇ ਵਿੱਚ ਵੀ 14 ਗੁਣ ਹੁੰਦੇ ਆ ਤਾਂ ਹੀ ਭਗਤਾ ਬਣਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਜਦੋਂ ਭਾਈ ਗੁਰਦਾਸ ਸਾਹਿਬ ਜੀ ਕਥਾ ਕਰਦੇ ਉਦੋਂ ਬੜਾ ਮਨ ਲੱਗਦਾ ਹੈ, ਪਰ ਮਹਾਰਾਜ ਕੋਈ ਹੋਰ ਕਥਾ ਕਰੇ ਤਾਂ ਚਿੱਤ ਨਹੀਂ ਕਰਦਾ ਬੈਠਣ ਨੂੰ। ਤਾਂ ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ, ਗੁਰਸਿੱਖੋ ਭਾਈ ਗੁਰਦਾਸ ਸਾਹਿਬ ਦੇ ਅੰਦਰ 14 ਗੁਣ ਨੇ ਭਗਤੇ ਵਾਲੇ, ਤਾਂ ਤੁਹਾਡਾ ਮਨ ਲੱਗਦਾ ਕਥਾ ਵਿੱਚ। ਸਾਧ ਸੰਗਤ ਜੀ ਜਿੱਥੇ ਮਹਾਂਪੁਰਖਾਂ ਨੇ ਵਿਦਿਆ ਪੜ੍ਹਾਈ ਤੇ ਇਹ ਕਿਹਾ ਕਿ ਜੇ ਤਾਂ ਮਾਇਆ ਵਾਸਤੇ ਵਿਦਿਆ ਜਿਹੜੀ ਹੈ ਉਹ ਪੜ੍ਹੀ ਹੈ ਤੁਸਾਂ ਤੇ ਮਾਇਆ ਦੇ ਵਾਸਤੇ ਇਸ ਵਿਦਿਆ ਨੂੰ ਪ੍ਰਚਾਰੋਗੇ, ਮਾਇਆ ਬਹੁਤ ਮਿਲੇਗੀ ਪਰ ਕਲਿਆਣ ਨਹੀਂ ਹੋਵੇਗੀ। ਜੇ ਆਪਣੀ ਕਲਿਆਣ ਵਾਸਤੇ ਵਿਦਿਆ ਪੜ੍ਹੀ ਹੈ ਤੇ ਵਿਦਿਆ ਪ੍ਰਚਾਰੋਗੇ, ਹੋਰ ਨੂੰ ਕਲਿਆਣ ਕਰਨ ਵਾਸਤੇ ਇਸ ਵਿਦਿਆ ਦਾ ਉਪਦੇਸ਼ ਦਿਓਗੇ, ਮਾਇਆ ਵਿੱਤ ਤੋਂ ਜ਼ਿਆਦਾ ਮਿਲੇਗੀ ਤੇ ਪਰਲੋਕ ਵੀ ਸੌਰ ਜਾਵੇਗਾ। ਐਸੇ ਬਖਸ਼ਿਸ਼ ਭਰੇ ਬਚਨ ਕਹੇ ਗੁਰੂ ਪਿਆਰੀ ਸਾਧ ਸੰਗਤ ਜੀ। ਦਾਸ ਬਹੁਤੀਆਂ ਗੱਲਾਂ, ਕਿਉਂਕਿ ਇੰਨੀ ਬਿਰਤੀ ਵੀ ਸੀਮਤ ਹੀ ਹੈ, ਕੀ ਕਹਾਂ ਕਿ ਇੱਕ ਬਚਨ ਦੇ ਨਾਲ ਆਪ ਜੀ ਦੇ ਪਿਆਰ ਨੂੰ ਮੈਂ ਕਥਨ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਮਿਹਰ ਕਰਕੇ ਇਹ ਸਾਰਾ ਸਾਧ ਸੰਗਤ ਜੀ ਸੇਵਾ ਦਾ ਸਮਾਂ ਜਿਹੜਾ ਹੈ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਨੇ ਮਿਹਰ ਕਰਕੇ ਆਪ ਜੀ ਦੀ ਸੇਵਾ ਲਈ, ਫਿਰ ਵੀ ਇਸ ਸਮੇਂ ਦੌਰਾਨ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ, ਸਦਾ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ। ਜਦੋਂ ਵੀ ਆਪ ਯਾਦ ਕਰਿਆ ਕਰੋਗੇ ਤੁਹਾਡੇ ਸੱਦੇ ਤੇ ਸਾਧ ਸੰਗਤ ਜੀ ਜ਼ਰੂਰ ਆਇਆ ਕਰਾਂਗੇ। ਇਹ ਵੀ ਬੜੀ ਮਨ ਦੇ ਵਿੱਚ ਖੁਸ਼ੀ ਹੈ, ਭਾਵੇਂ ਕਿ ਸੰਗਤਾਂ ਪਿਆਰ ਦੇ ਨਾਲ ਸਾਧ ਸੰਗਤ ਜੀ ਸਾਰੇ ਪਿਆਰ ਵਾਲੇ ਇਹਦੇ ਬਰਾਗ ਵੀ ਕਰਦੇ ਆ, ਪਰ ਸਤਿਗੁਰੂ ਜੀ ਦੀ ਕਿਰਪਾ ਮਨ ਦੇ ਅੰਦਰ ਬੜੀ ਖੁਸ਼ੀ ਹੈ, ਕਿਉਂਕਿ ਦਾਸ ਨੂੰ ਮਨ ਦੇ ਅੰਦਰ ਇਹ ਵੀ ਪਹਿਲਾਂ ਸ਼ੰਕਾ ਹੋ ਗਈ ਸੀ, ਪਤਾ ਨਹੀਂ ਇਹ ਵਿਦਾਇਗੀ ਵਾਲਾ ਮਾਹੌਲ ਬਣੇਗਾ ਜਾਂ ਨਾ ਬਣੇਗਾ। ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਗਰੀਬ ਨਵਾਜ ਸਤਿਗੁਰੂ ਦੀ ਰਹਿਮਤ ਹੋਈ ਹੈ। ਆਪ ਜੀ ਸਤਿਕਾਰ ਪਿਆਰ ਦੇ ਨਾਲ ਸਾਧ ਸੰਗਤ ਜੀ ਇੱਥੋਂ ਵਿਦਾਇਗੀ ਦੇ ਰਹੇ ਹੋ। ਸਦਾ ਹੀ ਸਤਿਗੁਰੂ ਜੀ ਦੇ ਚਰਨਾਂ ਦਾ ਦਾਸ ਬਣਾ ਕੇ ਰੱਖਣਾ, ਆਪਣਾ ਮਿਹਰ ਭਰਿਆ ਸੀਸ ਤੇ ਹੱਥ ਰੱਖਣਾ। ਦਾਸ ਨਾਲ ਪਿਆਰ ਕਰਦਿਆਂ ਹੋਇਆਂ ਭਾਈ ਸਤਨਾਮ ਸਿੰਘ ਜੀ ਵਿਰਕ, ਪ੍ਰਧਾਨ ਗੁਰਦੁਆਰਾ ਦਸ਼ਮੇਸ਼ ਦਰਬਾਰ, ਮੁੱਖ ਸੇਵਾਦਾਰ, ਉਹ ਵੀ ਉਚੇਚੇ ਤੌਰ ਤੇ ਪਹੁੰਚੇ ਆ। ਬਰਾੜ ਜੀ ਆਏ ਹੈ, ਲਾਂਬਾ ਜੀ ਆਏ ਹਨ, ਸੋਰਿਆੜ ਸਾਹਿਬ ਆਏ ਨੇ। ਇਸ ਪ੍ਰਕਾਰ ਭਾਈ ਜੋਗਾ ਸਿੰਘ ਜੀ ਗਲੈਨ ਰੌਕ ਤੋਂ ਦਾਸ ਨਾਲ ਬਹੁਤ ਦਿਲੀ ਪਿਆਰ ਕਰਦੇ ਆ। ਸਿੱਖੀ ਦੀ ਚੜ੍ਹਦੀ ਕਲਾ ਸਾਧ ਸੰਗਤ ਜੀ ਜੋ ਵੇਖਣਾ ਚਾਹੁੰਦੇ ਆ, ਉਹਨਾਂ ਦੇ ਮਨ ਦੇ ਅੰਦਰ ਇਹ ਪਿਆਰ ਜਿਹੜਾ ਆਪਣੇ ਆਪ ਹੀ ਬਣ ਜਾਂਦਾ। ਕੋਈ ਰਿਸ਼ਤੇਦਾਰੀ ਥੋੜੋ ਹੁੰਦੀ ਹੈ। ਸੰਗਤਾਂ ਦੇ ਨਾਲ ਸਾਧ ਸੰਗਤ ਜੀ ਜੋ ਪਿਆਰ ਹੈ ਨਾ, ਇਹ ਸ਼ਬਦ ਦਾ ਪਿਆਰ ਹੈ। ਭਾਵੇਂ ਕਿ ਕਈ ਸਾਧ ਸੰਗਤ ਜੀ ਆਪਣੇ ਕੋਲੋਂ ਇਹ ਘਾੜਤਾਂ ਘੜ ਕੇ ਕਹਿੰਦੇ ਆ ਕਿ ਗਿਆਨੀ ਜੀ ਦੇ ਨਾਲ ਜਿਹੜਾ ਇੰਨਾ ਮੋਹ ਕਰਦੇ, ਤੁਸੀਂ ਸਰੀਰਾਂ ਨਾਲ ਲੱਗੇ ਹੋਏ ਹੋ। ਦੱਸੋ ਤੁਸੀਂ ਆਪ ਜਪਜੀ ਸਾਹਿਬ ਦੇ 25 ਪਾਠ ਕਰਦੇ ਹੋਣੇ ਆ ਨਾ, ਦੂਸਰੇ ਨੂੰ ਉਪਦੇਸ਼ ਦਿੰਦੇ ਹੋ। ਸਾਧ ਸੰਗਤ ਜੀ ਜੇ ਤਾਂ ਮੈਂ ਕਹਾਂ ਕਿ ਮੇਰੀ ਪੂਜਾ ਵਿੱਚ ਲੱਗੋ, ਫਿਰ ਤਾਂ ਮੇਰੇ ਸਰੀਰ ਦੀ ਪੂਜਾ। ਜੇ ਆਇਆ ਹੋਇਆ ਨੂੰ ਮੈਂ ਮੁਹਾਰਨੀ ਪੜਾਵਾਂ, ਊੜਾ ਐੜਾ ਸਿਖਾਵਾਂ, ਤੇ ਫਿਰ ਜੋ ਬ੍ਰਹਮ ਵਿਦਿਆ ਆਪ ਸਿੱਖੀ ਆ ਜਪਜੀ ਸਾਹਿਬ ਦੀ ਸੰਥਿਆ ਕਰਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਵਾਸਤੇ ਪ੍ਰੇਰਨਾ ਕਰਾਂ,
ਤੇ ਜੇ ਕੋਈ ਸਿੰਘ ਚੜ੍ਹਦੀ ਕਲਾ ਵਿੱਚ ਦਿਸੇ ਉਹਨੂੰ ਇਹ ਬੇਨਤੀ ਕਰਾਂ ਕਿ ਭਾਈ ਸਿੰਘਾ ਤੂੰ ਤਿਆਰ ਪਰ ਤਿਆਰ ਹੋ, ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗਿਆ ਕਰ, ਗੁਰੂ ਕੀ ਸ਼ਾਸਤਰ ਵਿਦਿਆ ਸਿਖਾਵਾਂ। ਇਹ ਸਾਧ ਸੰਗਤ ਜੀ ਸਰੀਰ ਨਾਲ ਜੁੜਨਾ। ਸਰੀਰ ਨਾਲ ਤਾਂ ਉਹ ਜੁੜੇ ਆ ਜਿਹੜੇ ਸਰੀਰ ਕਰਕੇ ਈਰਖਾ ਕਰਦੇ, ਉਹੋ ਹੀ ਸਰੀਰ ਨਾਲ ਜੁੜੇ ਹੋਏ। ਜਿਹੜੇ ਸਾਧ ਸੰਗਤ ਜੀ ਪਿਆਰ ਕਰਕੇ ਸ਼ਬਦ ਨਾਲ ਜੁੜਦੇ ਆ ਨਾ, ਉਹ ਸਰੀਰ ਨਾਲ ਜੁੜਨਾ ਨਹੀਂ ਹੁੰਦਾ। ਇਹ ਜੋ ਤੁਸੀਂ ਪਿਆਰ ਕਰਦੇ ਹੋ, ਤੁਹਾਡਾ ਪਿਆਰ ਸ਼ਬਦ ਕਰਕੇ ਹੈ। ਜੋ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਇਹ ਕਥਾ ਆਪ ਜੀ ਸੁਣਦੇ ਹੋ, ਇਹ ਸਾਧ ਸੰਗਤ ਜੀ ਸਤਿਗੁਰੂ ਦੀ ਵਡਿਆਈ ਦੇ ਸ਼ਬਦ ਸੁਣ ਕਰਕੇ ਹੀ ਆਪ ਜੀ ਪਿਆਰ ਕਰਦੇ ਹੋ। ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਪਿਆਰ ਕਰਦੇ ਹੋ। ਇਹ ਸ਼ਬਦ ਦਾ ਪਿਆਰ ਹੈ, ਇਹੀ ਸੱਚਾ ਪਿਆਰ ਹੈ। ਤੇ ਸਦਾ ਹੀ ਸਾਧ ਸੰਗਤ ਜੀ ਇਹ ਪਿਆਰ ਬਣਿਆ ਰਹੇ। ਜਦੋਂ ਆਵਾਜ਼ ਮਾਰੋਗੇ ਜ਼ਰੂਰ ਆਇਆ ਕਰਾਂਗੇ, ਤੁਹਾਡੇ ਦਰਸ਼ਨ ਕਰਿਆ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ। ਜੋ ਸੱਜਣ ਬੁਲਾਰੇ ਗੁਰਮੁਖ ਪਿਆਰੇ ਆਏ ਆ, ਸਭ ਨੇ ਹੀ ਸਾਧ ਸੰਗਤ ਜੀ ਕੁਝ ਸਮਾਂ ਹਾਜ਼ਰੀ ਲਵਾਉਣੀ ਹੈ। ਦਾਸ ਆਪਣੇ ਵੱਲੋਂ ਦੋਵੇਂ ਹੱਥ ਜੋੜ ਬੇਨਤੀ ਕਰੇ, ਕਿਉਂਕਿ ਸਾਧ ਸੰਗਤ ਜੀ ਭਾਵੇਂ ਕਿ ਇਹ ਸਾਰੀਆਂ ਹੀ ਜੋ ਸੇਵਾਵਾਂ ਸਤਿਗੁਰੂ ਨੇ ਦਿੱਤੀਆਂ ਨੇ ਇਹ ਵਡਿਆਈ ਯੋਗ ਨੇ, ਪਰ ਦਾਸ ਦੀ ਵਡਿਆਈ ਨਾ ਕਰਨੀ। ਕਿਉਂਕਿ ਮੇਰੇ ਪੁਰਖਿਆਂ ਨੇ ਸਿਖਾਇਆ ਹੈ, ਵਡੇਰਿਆਂ ਨੇ ਸਿਖਾਇਆ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਣੀ ਵਡਿਆਈ ਦਾ ਬੋਲ ਨਹੀਂ ਸੁਣਨਾ ਚਾਹੀਦਾ। ਇਸ ਕਰਕੇ ਗੁਰੂ ਸਾਹਿਬ ਦੀ ਸਿੱਖੀ ਦੀ ਵਡਿਆਈ ਹੀ